ਇਹ ਸਮਾਂ ਲੰਘ ਜਾਏਗਾ। ਮੇਰਾ ਖਿਆਲ ਹੈ ਜ਼ਿੰਦਗੀ ਦਾ ਨਿਚੋੜ ਲੁਕਿਆ ਹੋਇਆ ਕਿ ਜੇ ਤੁਸੀਂ ਘਰ 'ਚ ਤਖਤੀ ਟੰਗ ਲਵੋ, ਬਹੁਤ ਖੁਸ਼ ਹੋ ਅੱਜ ਤਾਂ ਅਸਮਾਨ ਨੂੰ ਛੂਹ ਲੈਣਾ, ਤੇ ਜਦੋਂ ਇਹ ਲਾਈਨ ਦੇਖੋਗੇ ਤੁਸੀਂ ਸਹਿਜ ਹੋ ਜਾਓਗੇ। ਬਹੁਤ ਹੀ ਮਾੜੀ ਗੱਲ ਤੁਹਾਡੇ ਨਾਲ ਵਾਪਰ ਗਈ ਤਾਂ ਉਹ ਲਾਈਨ ਫਿਰ ਇਹ ਸਮਾਂ ਲੰਘ ਜਾਏਗਾ, ਤੁਹਾਨੂੰ ਸਹਿਜ ਕਰ ਸਕਦੀ ਹੈ। ਸੋ ਮੇਰੀ ਇਹੋ ਸਲਾਹ ਹੈ ਸਾਰੇ ਵੀਰਾਂ ਭੈਣਾਂ ਨੂੰ ਕਿ ਇਹ ਸਤਰ ਲਿਖ ਕੇ ਕਮਰੇ 'ਚ ਲਾਓ। ਕਦੇ ਸਿਰਫ ਕਦੇ ਦਿਨ 'ਚ ਇੱਕ ਵਾਰ ਉਸ ਵੱਲ ਝਾਤ ਮਾਰ ਲਿਓ, ਡਿਪਰੈਸ਼ਨ ਦੇ ਨੇੜੇ ਤੇੜੇ ਨਹੀਂ ਜਾ ਸਕਦੇ। ਇਹ ਆਖਰ ਡਿਪਰੈਸ਼ਨ ਦੀ ਬਿਮਾਰੀ ਹੈ ਕੀ ਹੈ, ਕਿਉਂ ਹੁੰਦੀ ਹੈ, ਇਹਦੇ ਲੱਛਣ ਕੀ ਨੇ, ਇਸ ਤੋਂ ਕਿਵੇਂ ਇਹਦੇ ਕਾਰਨ ਕੀ ਦੁਬਾਰਾ ਲੈ ਲਈਏ। ਡਿਪਰੈਸ਼ਨ ਦਾ ਬੀਜ ਅਸੀਂ ਆਪ ਬੋਂਦੇ ਹਾਂ, ਕੋਈ ਬਾਹਰੋਂ ਆ ਕੇ ਨਹੀਂ ਹੋ ਸਕਦਾ। ਜ਼ਬਰਦਸਤੀ ਸਾਨੂੰ ਕੋਈ ਨਾ ਤਾਂ ਯਾਨੀ ਖੁਸ਼ੀ ਦੇ ਸਕਦਾ, ਜ਼ਬਰਦਸਤੀ ਨਾ ਸਾਨੂੰ ਉਹ ਗਮ ਦੇ ਸਕਦਾ। ਸੋ ਇਹਦਾ ਮਤਲਬ ਇਹ ਹੈ ਕਿ ਸਾਡੀ ਲਾਲਸਾ ਹੋਰ ਲੈਣ ਦੀ, ਉਹਦੇ ਵਿੱਚ ਭਾਵੇਂ ਜਿਵੇਂ ਹੁਣ ਗੁਰਬਾਣੀ 'ਚ ਵੀ ਸਮਝਾਇਆ ਕਿ ਜੀਭ ਦੇ ਸਵਾਦ ਨੇ ਅੱਧਿਆਂ ਨੂੰ ਮਾਰ ਦੇਣਾ। ਪ੍ਰਾਈਮ ਏਸ਼ੀਆ ਟੀਵੀ ਦੇ ਬੇਹੱਦ ਖਾਸ ਪ੍ਰੋਗਰਾਮ ਪ੍ਰਾਈਮ ਹੈਲਥ ਦੇ ਵਿੱਚ ਮੈਂ ਅਨੰਦਪ੍ਰੀਤ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਿਹਤ ਨਾਲ ਸੰਬੰਧੀ ਗੱਲਾਂ ਕੀਤੀਆਂ ਜਾਣ, ਸੌਖੇ ਸ਼ਬਦਾਂ ਦੇ ਵਿੱਚ ਸਮਝਿਆ ਜਾਵੇ ਜਿਹੜੀਆਂ ਅੱਜ ਕੱਲ੍ਹ ਬਿਮਾਰੀਆਂ ਨੇ ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ। ਆਪਣੇ ਘਰ ਦੀ ਰਸੋਈ ਤੇ ਲੈ ਕੇ ਘਰ ਦੇ ਵਿੱਚ ਰਹਿੰਦਿਆਂ ਕਿਹੜੀਆਂ ਚੀਜ਼ਾਂ ਦਾ ਪਾਲਣ ਕਰਨਾ ਚਾਹੀਦਾ, ਕਿਹੜੀ ਜ਼ਿੰਦਗੀ ਨੂੰ ਬਦਲਣਾ ਚਾਹੀਦਾ, ਕਿਸ ਤਰੀਕੇ ਦੇ ਨਾਲ ਚੀਜ਼ਾਂ ਨੂੰ ਦੇਖਣਾ ਚਾਹੀਦਾ, ਆਪਣਾ ਇੱਕ ਨਜ਼ਰੀਆ ਕਿਵੇਂ ਸੈੱਟ ਕਰਨਾ ਚਾਹੀਦਾ, ਉਸ ਦੇ ਬਾਰੇ ਗੱਲਬਾਤ ਕਰਦੇ ਹਾਂ। ਸਾਡੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਸਾਡੇ ਨਾਲ ਹੁੰਦੇ ਨੇ। ਸੋ ਮੈਡਮ ਅੱਜ ਸਾਡੇ ਨਾਲ ਨੇ, ਸਭ ਤੋਂ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ। ਮੈਡਮ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸੋ ਮੈਮ ਸਭ ਤੋਂ ਪਹਿਲਾਂ ਜੇ ਆਪਾਂ ਸ਼ੁਰੂਆਤ ਕਰੀਏ ਡਿਪਰੈਸ਼ਨ ਦੀ, ਤਾਂ ਕੀ ਲੱਗਦਾ ਕੀ ਹੈ ਕਿ ਆਖਰ ਇਸ ਬਿਮਾਰੀ ਹੈ ਕੀ ਹੈ, ਕਿਉਂ ਹੋ ਰਹੀ ਹੈ, ਇਹਦੇ ਪਿੱਛੇ ਕੀ ਕਾਰਨ ਹੈ ਜੀ? ਦੇਖੋ, ਡਿਪਰੈਸ਼ਨ ਬਾਰੇ ਬਹੁਤੀ ਗੱਲ ਛਿੜੀ ਨਹੀਂ ਸੀ ਅਜੇ ਤੱਕ, ਜਦ ਤੱਕ ਕਿ ਕਰੋਨਾ ਨਹੀਂ ਆਇਆ। ਕਰੋਨਾ ਦੇ ਬਾਅਦ ਜੋ ਉਹ ਡਿਪਰੈਸ਼ਨ ਦੇ ਕੇਸਿਸ ਆਉਣੇ ਸ਼ੁਰੂ ਹੋਏ ਨੇ, ਸੋ ਲੋਕਾਂ ਨੂੰ ਸਮਝ ਆਈ ਕਿ ਅੱਛਾ ਇਹ ਵੀ ਕੋਈ ਬਿਮਾਰੀ ਹੈ ਜੀ। ਜਦ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਅਨੁਸਾਰ 2/3 2/3 ਆਫ ਦੀ ਪਾਪੂਲੇਸ਼ਨ ਆਫ ਦੀ ਵਰਲਡ ਇਜ਼ ਸਫਰਿੰਗ ਫਰੋਮ ਡਿਪਰੈਸ਼ਨ। ਸੋ ਇਹਦਾ ਮਤਲਬ ਇਹ ਹੈ ਕਿ ਇਹ ਆਪ ਹੀ ਸਮਝ ਸਕਦੇ ਹੋ ਵੀ ਕੋਈ ਨਾ ਕੋਈ ਤੁਹਾਡੇ ਘਰ ਵਿੱਚ ਵੀ ਜੇ ਤੁਸੀਂ ਹੈਗੇ ਹੋ 5 ਜਣੇ ਤਾਂ ਇੱਕ ਅੱਧ ਤਾਂ ਬੰਦਾ ਹੈ ਜਿਹੜਾ ਆਲਰੇਡੀ ਡਿਪਰੈਸ਼ਨ ਦਾ ਸ਼ਿਕਾਰ ਹੈ। ਹੁਣ ਪ੍ਰੋਬਲਮ ਜੋ ਨਾਲੋਂ ਨਾਲ ਉਹਨਾਂ ਨੇ ਕਿਹਾ ਸੀ ਕਿ ਭਾਵੇਂ 2/3 ਪਾਪੂਲੇਸ਼ਨ ਦੁਨੀਆ ਦੀ ਇਹਦੇ ਤੋਂ ਡਿਪਰੈਸ਼ਨ ਤੋਂ ਪੀੜਤ ਹੈ, ਪਰ ਇਹਦੇ ਵਿੱਚ 65% ਅਜਿਹੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਨੂੰ ਡਿਪਰੈਸ਼ਨ ਜੀ। ਸੋ ਉਹ ਯਾਨੀ ਪਾਰਟ ਜਿਹੜੇ 65% ਨੂੰ ਪਤਾ ਹੀ ਨਹੀਂ, ਉਹ ਤੇ ਵੱਖ ਨੇ। ਪਰ ਉਸ ਤੋਂ ਬਾਅਦ ਵੀ ਬਹੁਤ ਸਾਰੇ ਵਿਕਾਸਸ਼ੀਲ ਦੇਸ਼ਾਂ ਵਿੱਚ, ਜਿਵੇਂ ਕਿ ਭਾਰਤ ਲੈ ਲਓ ਜਾਂ ਤੁਸੀਂ ਇਹ ਕੈਨੇਡਾ, ਅਮਰੀਕਾ, ਯੂਰਪ ਨੂੰ ਜੇ ਛੱਡ ਦਿਓ, ਬਲਕਿ ਯੂਰਪ ਦੇ ਵੀ ਬਹੁਤ ਸਾਰੇ ਹਿੱਸੇ ਨੇ ਜਿਹੜੇ ਮਿਡਲ ਕਲਾਸ ਇਨਕਮ ਵਾਲੇ, ਈਵਨ ਅਮਰੀਕਨ ਵੀ ਮਿਡਲ ਕਲਾਸ ਇਨਕਮ ਵਾਲੇ ਇਹਨਾਂ ਵਿੱਚ ਸ਼ਾਮਲ ਕੀਤੇ ਗਏ ਨੇ, ਜਿਹੜੇ ਆਪਣੇ ਘਰ ਵਿਚਲੇ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਮਰੀਜ਼ ਨੂੰ ਮਰੀਜ਼ ਨਹੀਂ ਗਿਣਦੇ, ਉਹਨੂੰ ਇਹ ਕਹਿ ਕੇ ਟਾਲ ਦਿੰਦੇ ਨੇ ਉਹ ਛੱਡੋ, ਇਹ ਕੰਮ ਨਾ ਕਰਨ ਦਾ ਬਹਾਨਾ ਬਣਾ ਰਿਹਾ। ਸੋ ਇਹਦਾ ਮਤਲਬ ਇਹ ਹੋ ਗਿਆ ਕਿ 65% ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਵੀ ਮੇਰੀ ਬਿਮਾਰੀ ਹੈ, ਤੇ ਜਿਨ੍ਹਾਂ ਦੇ ਕੁਝ ਲੱਛਣ ਦਿਸਣ ਵੀ ਲੱਗਦੇ ਨੇ ਉਹਨਾਂ ਵਿੱਚੋਂ ਵੀ ਅਸੀਂ ਅੱਗੋਂ ਕਹਿ ਲਓ ਕਿ ਅੱਧੇ ਇੱਕ ਦੇ ਨੇੜੇ ਤੇੜੇ ਆ, ਅਸੀਂ ਉਹਨਾਂ ਨੂੰ ਨਕਾਰ ਦਿੰਦੇ ਹਾਂ ਕਿ ਤੈਨੂੰ ਨਹੀਂ ਡਿਪਰੈਸ਼ਨ, ਤੂੰ ਨੋਰਮਲ ਕੰਮ ਕਰ, ਭੱਜਦਾ ਪਿਆ ਕੰਮ। ਸੋ ਇਹਦਾ ਮਤਲਬ ਪਹਿਲਾਂ ਤਾਂ ਇਹ ਸਮਝੀਏ ਕਿ ਡਿਪਰੈਸ਼ਨ ਦੇ ਲੱਛਣ ਕੀ ਨੇ ਜੀ। ਬੜੇ ਆਮ ਜਿਹੇ ਦਿਸਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਸ਼ਾਇਦ ਕਈ ਵਾਰ ਗੌਰ ਹੀ ਨਹੀਂ ਕਰਦੇ ਵੀ ਇਹ ਵੀ ਡਿਪਰੈਸ਼ਨ ਦਾ ਹੀ ਲੱਛਣ ਹੈ। ਮਿਸਾਲ ਵਜੋਂ ਕਿ ਤੁਸੀਂ ਰਾਤ ਨੂੰ ਨੀਂਦਰ ਨਾ ਆਉਣੀ, ਦਿਨੇ ਉਂਘਣ ਲੱਗ ਜਾਣਾ ਜਾਂ ਸੁਸਤੀ ਜ਼ਿਆਦਾ ਪੈਣ ਲੱਗ ਜਾਣੀ, ਫਿਰ ਤੁਸੀਂ ਚੰਗੇ ਭਲੇ ਸਾਰੇ ਬੈਠਦੇ ਸੀ, ਇੱਕਦਮ ਤੁਹਾਨੂੰ ਭੁੱਖ ਘਟਦੀ ਮਹਿਸੂਸ ਹੋਣੀ, ਜਾਂ ਭੁੱਖ ਬਿਲਕੁਲ ਹੀ ਮਰ ਜਾਣੀ, ਜਾਂ ਬਹੁਤ ਜ਼ਿਆਦਾ ਭੁੱਖ ਲੱਗਣ ਲੱਗ ਜਾਣੀ, ਵਾਲ ਝੜਨ ਲੱਗ ਜਾਣੇ, ਫਿਰ ਤੁਹਾਡੇ ਕੰਮ ਵਾਲੀ ਥਾਂ 'ਤੇ ਜੀ ਨਾ ਲੱਗਣਾ, ਦੋਸਤ ਮਿੱਤਰਾਂ ਤੋਂ ਪਰਾਂ ਹੋਣ ਲੱਗ ਜਾਣਾ, ਇਕੱਲੇ ਬੈਠਣ ਨੂੰ ਦਿਲ ਕਰਨਾ,
ਜੋ ਰੂਟੀਨ ਸੀ ਤੁਹਾਡਾ, ਯਾਨੀ ਸੇਮ ਪ੍ਰੋਗਰਾਮ ਜਾਂ ਟੀਵੀ ਦਾ ਜਾਂ ਸੇਮ ਮਿਊਜ਼ਿਕ ਜੋ ਤੁਸੀਂ ਸੁਣਦੇ ਸੀ, ਜੀ ਤੁਹਾਡਾ ਸਡਨਲੀ ਦਿਲ ਕਰਨਾ ਵੀ ਆ ਨਹੀਂ ਹੁਣ ਕੁਝ ਹੋਰ ਸੁਣਨਾ। ਹੂੰ ਇਸੇ ਤਰ੍ਹਾਂ ਪੁਰਾਣੇ ਦੋਸਤ ਟੁੱਟ ਜਾਣੇ, ਜਾਂ ਤੁਹਾਡਾ ਇੱਕਦਮ ਬਰਸਟ ਆਫ ਐਂਗਰ, ਜਿਵੇਂ ਗੁੱਸਾ ਇੱਕਦਮ ਆ ਜਾਣਾ ਵੀ ਬਿਨਾਂ ਕੋਈ ਗੱਲ ਇੰਨੀ ਵੀ ਨਹੀਂ ਸੀ ਪਰ ਇੱਕਦਮ ਭੜਕ ਜਾਣਾ। ਹੂੰ ਫਿਰ ਤੁਹਾਨੂੰ ਚਿੜਚਿੜਾਪਨ ਜਿਹਾ ਰਹਿਣ ਲੱਗ ਜਾਣਾ, ਖਿਝਣ ਲੱਗ ਜਾਣਾ, ਰੋਣ ਲੱਗ ਜਾਣਾ ਛੇਤੀ। ਜੀ ਸੋ ਇਹ ਨਿੱਕੇ ਨਿੱਕੇ ਮੈਂ ਤਾਂ ਦੱਸਣੇ ਚਾਹੇ ਕਿ ਇਹੋ ਜਿਹੇ ਅਨੇਕ ਨੇ ਲੱਛਣ ਜਿਹੜੇ, ਯਾਨੀ ਸਕੂਲ ਵਿੱਚ ਹੀ ਹੁਣ ਬੱਚਾ ਪੜ੍ਹਾਈ ਕਰਦਾ ਕਰਦਾ ਕਹਿੰਦੇ ਕਿਤੇ ਖਿਆਲ ਹੋਰ ਨੂੰ ਤੁਰ ਜਾਣਾ ਉਹਦਾ, ਜਾਂ ਖੇਡਾਂ ਦੌਰਾਨ ਉਹ ਛੇਤੀ ਥੱਕਣ ਲੱਗ ਗਿਆ। ਹਾਲਾਂਕਿ ਇਹਨਾਂ ਦੇ ਹੇਠਾਂ ਬਹੁਤ ਸਾਰੇ ਇਹੋ ਜਿਹੇ ਵੀ ਨੇ ਲੱਛਣ ਜਿਹੜੇ ਕਿਸੇ ਬਿਮਾਰੀ ਅਧੀਨ ਹੋ ਸਕਦੇ ਨੇ। ਫੋਰ ਐਗਜ਼ਾਮਪਲ ਇੰਨੀ ਇੱਕ ਸਿੰਪਲ ਚੀਜ਼ ਜਿਵੇਂ ਲਹੂ ਦੀ ਕਮੀ, ਜੀ ਸੋ ਉਹਦੇ ਨਾਲ ਵੀ ਇਸ ਤਰ੍ਹਾਂ ਦੇ ਕੁਝ ਵੱਖ ਜਿਹੇ ਲੱਛਣ ਹੋ ਸਕਦੇ ਆ। ਥਾਇਰਾਇਡ ਦੀ ਬਿਮਾਰੀ ਹੋ ਜਾਏ, ਕੋਈ ਦਵਾਈਆਂ ਖਾਂਦੇ ਹੋਈਏ, ਜਾਂ ਕੋਈ ਖਾਣੇ ਹੀ ਕਈ ਕਿਸਮ ਦੇ ਜਿਹੜੇ ਤੁਹਾਨੂੰ ਇਸ ਪਾਸੇ ਧੱਕ ਸਕਦੇ ਨੇ। ਕੋਈ ਸਡਨ ਹੋਇਆ ਹਾਦਸਾ, ਮਿਸਾਲ ਵਜੋਂ ਤੁਸੀਂ ਕੋਈ ਐਕਸੀਡੈਂਟ ਹੁੰਦਾ ਦੇਖਿਆ, ਤੁਹਾਨੂੰ ਚੇਤੇ ਵੀ ਨਹੀਂ ਹੁੰਦਾ ਤੁਹਾਡੇ ਸਬਕੌਂਸ਼ੀਅਸ ਮਾਈਂਡ 'ਚ ਕਿਵੇਂ ਬੈਠ ਗਿਆ ਤੇ ਕੀ ਤੁਹਾਨੂੰ ਚਿੰਤਾ ਲਾਤੀ, ਕਿਵੇਂ ਤੁਹਾਨੂੰ ਟੈਂਦੀ ਕਲਾ ਵੱਲ ਲੈ ਗਿਆ, ਸਾਨੂੰ ਅੰਦਾਜ਼ਾ ਹੀ ਨਹੀਂ ਹੁੰਦਾ। ਬਿਲਕੁਲ ਇਸੇ ਤਰ੍ਹਾਂ ਤੁਸੀਂ ਦੇਖਦੇ ਹੋਗੇ ਕਿ ਕੋਈ ਤੁਹਾਡੇ ਨਾਲ ਦਾ ਕੁਛ ਉਹਦੇ ਵੱਡੀ ਕਾਰ ਲੈ ਲਈ, ਘਰ ਵੱਡਾ ਲੈ ਲਿਆ, ਜਾਂ ਉਹਦੇ ਮੁੰਡੇ ਨੂੰ ਨੌਕਰੀ ਚੰਗੀ ਮਿਲ ਗਈ, ਸੋ ਉਹ ਇੱਕ ਬਹੁਤ ਤਗੜਾ ਸਬਕੌਂਸ਼ੀਅਸ ਮਾਈਂਡ ਨੂੰ ਤੁਹਾਨੂੰ ਜਕੜ ਲੈਂਦਾ ਵੀ ਇਹ ਕਿਉਂ, ਉਹ ਫਲਾਣੇ ਦਾ ਮੁੰਡਾ ਕੈਨੇਡਾ ਚਲਾ ਗਿਆ, ਮੇਰਾ ਜਾ ਨਹੀਂ ਸਕਿਆ ਉਹ ਤਾਂ। ਫਿਰ ਐਂਡ ਰੀਪਰਕਸ਼ਨ ਦੇਖੋ, ਤੁਹਾਨੂੰ ਕਿਵੇਂ ਪਤਾ ਲੱਗਦਾ ਸੀ ਡਿਪਰੈਸ਼ਨ 'ਚ, ਉਹ ਤਾਂ ਜੀ ਉਹਨੇ ਪੈਸੇ ਚੜਾਏ ਸੀ, ਉਹ ਤਾਂ ਯਾਨੀ ਤੁਹਾਡਾ ਦਿਮਾਗ ਨਕਾਰਨ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹੜੀ ਅਚੀਵਮੈਂਟ ਅਗਲੇ ਦੀ ਸੀ ਉਹ ਤਾਂ ਉਹਦੀ ਅਸਲ ਨਹੀਂ ਸੀ, ਉਹਨੇ ਧੋਖੇ ਨਾਲ ਲਈ ਹੋਈ ਹੈ। ਤੁਹਾਡਾ ਮਾਈਂਡ ਐਕਸੈਪਟ ਨਹੀਂ ਕਰਦਾ ਕਿ ਅਗਲੇ ਨੇ ਵਾਕਈ ਕੁਝ ਅਚੀਵ ਕੀਤਾ, ਨਹੀਂ ਉਹਦੇ ਨੰਬਰ ਮੇਰੇ ਤੋਂ ਵੱਧ ਆਏ, ਉਹ ਤਾਂ ਜੀ ਹੈ ਹੀ ਸਿਫਾਰਸ਼ੀ, ਉਹਦੇ ਆਣੇ ਹੀ ਸੀ। ਯਾਨੀ ਦਿਸ ਇਜ਼ ਦੀ ਵੇ ਕਿ ਤੁਹਾਡਾ ਮਾਈਂਡ ਆਪਣੇ ਆਪ ਨੂੰ ਸੈੱਟ ਕਰ ਰਿਹਾ ਕਿ ਡਿਪਰੈਸ਼ਨ 'ਚ ਨਾ ਜਾ। ਤੁਹਾਡਾ ਹੀ ਕੌਨਸ਼ੀਅਸ ਮਾਈਂਡ ਤੁਹਾਡੇ ਸਬਕੌਂਸ਼ੀਅਸ ਮਾਈਂਡ ਨੂੰ ਗੱਲ ਕਰਕੇ ਸਮਝਾ ਰਿਹਾ ਵੀ ਨਾ ਜਾ ਡਿਪਰੈਸ਼ਨ 'ਚ, ਕੋਈ ਗੱਲ ਨਹੀਂ, ਉਹਨੂੰ ਪਾਸੇ ਕਰ। ਯਾਨੀ ਇਹ ਇੰਨੀਆਂ ਕੁ ਸਿੰਪਲ ਚੀਜ਼ਾਂ ਨੇ ਜਿਹੜੀਆਂ ਅਸੀਂ ਆਮ ਤੌਰ 'ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਡਿਪਰੈਸ਼ਨ 'ਚ ਆ ਗਏ। ਹੁਣ ਇੱਕ ਬੱਚੇ ਦੀ ਗੱਲ ਲਓ, ਉਹਦੇ ਪੇਰੈਂਟਸ ਨੇ ਪੂਰਾ ਜ਼ੋਰ ਨਾਲ ਉਹਨੂੰ ਧੱਕਿਆ ਕਿ ਤੂੰ ਫਸਟ ਆਉਣਾ ਜੀ। ਹੁਣ ਉਹ ਬੱਚਾ ਕਿਤੇ ਇੱਕ ਨੰਬਰ ਤੋਂ ਪਿੱਛੇ ਰਹਿ ਗਿਆ, ਤਾਂ ਬਜਾਏ ਕਿ ਉਹਨੂੰ ਖੁਸ਼ੀ ਵੀ ਬਹੁਤ ਵਧੀਆ ਨੰਬਰ ਆ ਗਏ, ਵੀ ਜੇ ਤੇਰੇ 97.9 ਆ ਗਏ ਤੇ ਉਹਦੇ 98 ਹੈ ਤੇ ਕੀ ਆਖਰ ਆ ਗਈ, ਬਹੁਤ ਵਧੀਆ, ਉਹ ਸੈਲੀਬ੍ਰੇਸ਼ਨ ਨਹੀਂ ਹੁੰਦੀ। ਉਹ 97 ਵੀ ਅਗਲੇ ਨੂੰ ਲੱਗਦਾ ਸ਼ਾਇਦ ਇਹ ਫੇਲ ਹੀ ਹੋ ਗਿਆ, ਇਸ ਹਾਲ ਤੇ ਅਸੀਂ ਆ ਜਾਂਦੇ ਹਾਂ। ਐਗਜ਼ੈਕਟਲੀ ਸਿਮਿਲਰ ਸਟੱਡੀ ਹੋਈ ਸੀ ਜਿੱਥੇ ਓਲੰਪਿਕਸ ਵਿੱਚ ਵੀ ਜਿਨ੍ਹਾਂ ਨੇ ਕੀਤਾ ਕਿ ਬ੍ਰੌਂਜ਼ ਮੈਡਲ, ਸਿਲਵਰ ਮੈਡਲ ਤੇ ਗੋਲਡ ਮੈਡਲ ਵਾਲੇ ਨੂੰ ਇਹ ਸਟੱਡੀ ਹੋਈ ਹੈ ਪ੍ਰੋਪਰ। ਹੁਣ ਇਹ ਅਰਜਨਟੀਨਾ ਦੀ ਯੂਨੀਵਰਸਿਟੀ 'ਚ ਸਟੱਡੀ ਹੋਈ ਜਿਹਦੇ 'ਚ ਇਹ ਪਤਾ ਲੱਗਿਆ ਕਿ ਸਭ ਤੋਂ ਜ਼ਿਆਦਾ ਖੁਸ਼ ਬ੍ਰੌਂਜ਼ ਮੈਡਲ ਵਾਲਾ ਹੁੰਦਾ। ਉਹਦੇ ਹਾਰਮੋਨਸ ਟੈਸਟ ਕੀਤੇ ਗਏ, ਉਹਦਾ ਯਾਨੀ ਉਹਦੇ ਕੁਐਸਚਨੇਅਰ ਜੋ ਫੁੱਲ ਕੀਤਾ ਗਿਆ ਫਾਰਮ, ਕਿਉਂਕਿ ਉਹਦੀ ਯਾਨੀ ਜੀਣ ਮਰਨ ਵਾਲਾ ਚੱਕਰ ਹੁੰਦਾ ਕਿ ਜਾਂ ਮੈਡਲ ਹੈ ਜਾਂ ਨਹੀਂ ਹੈ। ਸੋ ਉਹਦੇ ਲਈ ਬ੍ਰੌਂਜ਼ ਮੈਡਲ ਗੋਲਡ ਮੈਡਲ ਤੋਂ ਵੀ ਉਤਾਂ ਦਾ ਹੁੰਦਾ ਵੀ ਮਜ਼ਾ ਹੀ ਆ ਗਿਆ, ਮੈਂ ਜਿੱਤ ਗਿਆ, ਯਾਨੀ ਜਾਂ ਤਾਂ ਮੈਂ ਹੋਣਾ ਹੀ ਨਹੀਂ ਸੀ ਜਾਂ ਮੈਂ ਵਿੱਚ ਆ ਗਿਆ। ਹੁਣ ਜਿਹੜਾ ਸਿਲਵਰ ਮੈਡਲ ਵਾਲਾ ਸਭ ਤੋਂ ਵੱਧ ਡਿਪਰੈਸਡ ਹੁੰਦਾ ਜੇ, ਕਿਉਂਕਿ ਉਹਨੂੰ ਹੁੰਦਾ ਕਿ ਮੈਨੂੰ ਗੋਲਡ ਮਿਲਣਾ ਸੀ ਤਾਂ ਮੈਂ ਰਹਿ ਗਿਆ, ਉਹਨੂੰ ਇੰਝ ਲੱਗਦਾ ਮੈਂ ਸ਼ਾਇਦ ਹਾਰ ਹੀ ਗਿਆ, ਉਹਨੂੰ ਉਹ ਖੁਸ਼ੀ ਹੁੰਦੀ ਨਹੀਂ। ਇਹ ਬਕਾਇਦਾ ਟੈਸਟ ਕੀਤੇ ਗਏ ਹਾਰਮੋਨਸ ਦੇ ਵੀ, ਉਹਨਾਂ ਦੇ ਜਿੰਨੇ ਜਿਵੇਂ ਸੀਰੋਟੋਨਿਨ ਲੈਵਲਸ ਦੇਖੇ ਗਏ, ਉਹ ਯਾਨੀ ਹਰ ਲੈਵਲ ਨੇ ਇਹੋ ਦੱਸਿਆ ਕਿ ਉਹਨੂੰ ਸਗੋਂ ਅੰਦਰ ਕਿਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਸੀ ਕਿ ਮੇਰੇ ਤੋਂ ਗੋਲਡ ਮੈਡਲ ਖੁੱਸ ਗਿਆ। ਖੁਸ਼ੀ ਨਹੀਂ ਸੀ, ਭਾਵੇਂ ਦੁਨੀਆ ਸਾਰੀ ਖੁਸ਼ੀ ਮਨਾਉਂਦੀ ਹੋਏ ਵੀ ਸਿਲਵਰ ਮੈਡਲਿਸਟ ਸੀ। ਹੁਣ ਗੋਲਡ ਵਾਲੇ ਦੀ ਦੇਖੋ ਬਈ ਤੂੰ ਤੇ ਸਭ ਤੋਂ ਉਤਾਂ ਹੈ ਜੀ, ਪਰ ਕਿਉਂਕਿ ਉਹਦੀ ਉਹ ਪਹਿਲੀ ਉਹ ਸਟੇਜ ਜਿੱਤ ਚੁੱਕਿਆ ਸੀ ਜੋ ਅਸਲ ਖੁਸ਼ੀ ਦਾ ਸਮਾਂ ਸੀ ਕਿ ਮੈਂ ਹੁਣ ਜਿੱਤਣ ਵਾਲੀ ਕੈਟੇਗਰੀ 'ਚ ਆ ਗਿਆ, ਮੈਨੂੰ ਬ੍ਰੌਂਜ਼ ਮਿਲ ਚੁੱਕਿਆ, ਮੈਂ ਤਾਂ ਹੁਣ ਅੱਗੋਂ ਹੋਰ ਅਗਲੀ ਸਟੈਪ ਤੇ ਜਾ ਰਿਹਾ। ਸੋ ਉਹ ਖੁਸ਼ ਜ਼ਰੂਰ ਸੀ, ਪਰ ਉਹਦੀ ਲੈਵਲ ਆਫ ਹੈਪੀਨੈਸ ਬ੍ਰੌਂਜ਼ ਵਾਲੇ ਤੋਂ ਰਤਕ ਘੱਟ ਸੀ। ਯਾਨੀ ਉਹਨੇ ਸਭ ਅਚੀਵ ਕੀਤਾ, ਸਭ ਕੁਝ ਲੈ ਲਿਆ, ਖੁਸ਼ ਵੀ ਹੈ, ਇਹ ਨਹੀਂ ਹੈ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ, ਉਹ ਬਹੁਤ ਖੁਸ਼ ਹੈ ਕਿ ਮੈਂ ਗੋਲਡ ਲਿਆ ਉਹਦੀ, ਬਟ ਉਹ ਐਕਸਟੈਂਟ ਆਫ ਹੈਪੀਨੈਸ ਬ੍ਰੌਂਜ਼ ਵਾਲੇ ਤੋਂ ਰਤਕ ਘੱਟ ਸੀ।
ਹੁਣ ਕਹਿਣ ਦਾ ਭਾਵ ਕਿ 골ਡ ਤੋਂ ਤਾਂ ਤੂੰ ਜਾਣਾ ਨਹੀਂ, ਜੀ ਪਰ ਜਿਵੇਂ ਉਸ ਫੇਜ਼ ਚੋਂ ਉਹ ਲੰਘਦਾ ਕਿ ਪਹਿਲਾਂ ਬਹੁਤ ਖੁਸ਼ ਸੀ ਮੈਂ ਹੁਣ ਬ੍ਰੌਂਜ਼ ਦਾ ਜਿਤਾਇਆ, ਫਿਰ ਅੱਗੋਂ ਉਹਨੂੰ ਲੱਗਿਆ ਕਿ ਚਲੋ ਇੱਕ ਹੋਰ ਸਟੈਪ, ਮੈਂ ਹੁਣ ਲੈਣਾ ਹੀ ਲੈਣਾ 골ਡ, ਫਿਰ ਉਹਨੂੰ ਮਿਲ ਵੀ ਗਿਆ। ਪਰ ਅਸੀਂ ਜੋ ਜ਼ਿੰਦਗੀ ਕਿਉਂ ਹੁਣ ਇਹਦੇ 'ਚ ਬੜੇ ਇੰਟਰਸਟਿੰਗ ਰੀਜ਼ਨਸ ਲੱਭੇ ਨੇ ਕਿਉਂ ਅਸੀਂ ਇਸ ਤਰ੍ਹਾਂ ਜਾਂਦੇ ਹਾਂ। ਐਕਚੁਅਲੀ ਅਸੀਂ ਸਿਰਫ ਏਮ ਕਰਦੇ ਹਾਂ ਕਿ ਆਹ ਸਾਡਾ ਟੀਚਰ, ਬਿਲਕੁਲ ਆਹ ਸਾਡੀ ਮੰਜ਼ਿਲ ਹੈ ਜੀ, ਐਂਡ ਵੀ ਡੋਂਟ ਇੰਜੋਏ ਦੈਟ ਵੇ ਕਿ ਅਸੀਂ ਇੱਥੋਂ ਸ਼ੁਰੂ ਹੋਏ, ਕਿਸ ਲੈਵਲ ਤੇ ਕਿਵੇਂ ਅਸੀਂ ਇੰਜੋਏ ਕਰਦੇ। ਇੱਥੇ ਮੇਰੇ ਪਾਪਾ ਨੇ ਹੱਗ ਕੀਤਾ ਸੀ, ਇੱਥੇ ਮੇਰੇ ਦੋਸਤਾਂ ਨੇ ਇੰਨੀਆਂ ਜ਼ਿਆਦਾ ਮੈਨੂੰ ਮਤਲਬ ਮੈਨੂੰ ਭੇਜੇ ਵੀ ਹੱਗਸ ਵੀ, ਤੇ ਵੈਰੀ ਗੁੱਡ ਇੰਜੋਏ ਨਹੀਂ ਕਰਦੇ। ਹਾਂ, ਅਸੀਂ ਉਹ ਲੈਵਲਸ ਨੂੰ ਸਾਡਾ ਦਿਮਾਗ ਪਾਸੇ ਰੱਖ ਦਿੰਦਾ, ਨਹੀਂ ਅਜੇ ਉਹ ਲੈਣਾ, ਜਦ ਕਿ ਉਹ ਲੈਵਲਸ ਹੁੰਦੀਆਂ ਨੇ ਇੰਜੋਏ ਕਰਨ ਦੀਆਂ ਕਿ ਅਸੀਂ ਅੱਜ ਦੋਸਤਾਂ ਨਾਲ ਬਾਹਰ ਜੀ ਅਸੀਂ ਘੁੰਮ ਕੇ ਆਏ, ਅੱਜ ਤਾਂ ਬਹੁਤ ਮਜ਼ਾ ਆਇਆ, ਅਸੀਂ ਬਹੁਤ ਚੀਕਾਂ ਮਾਰੀਆਂ, ਖੁਸ਼ ਹੋਏ, ਖਿੜਖਿੜਾ ਕੇ ਹੱਸੇ ਜੀ। ਉਹ ਮੂਮੈਂਟ ਐਕਚੁਅਲੀ ਹੁੰਦੇ ਨੇ ਜਿਹੜੇ ਤੁਹਾਨੂੰ ਐਨਰਜੀ ਦਿੰਦੇ ਨੇ, ਤੁਹਾਡੇ ਸੈੱਲ ਜਿਹੜੇ ਹੈਗੇ ਨੇ ਬਾਡੀ ਦੇ ਟੁੱਟਣ ਤੋਂ ਰੋਕਦੇ ਨੇ, ਤੁਹਾਡੀ ਇਮਿਊਨ ਸਿਸਟਮ ਬਿਮਾਰੀ ਨਾਲ ਲੜਨ ਨੂੰ ਤੁਹਾਨੂੰ ਉਹਨੂੰ ਰਵਾਂ ਕਰਦੇ ਨੇ, ਫਿਰ ਤੁਹਾਨੂੰ ਉਹ ਇਹੋ ਜਿਹੀ ਤਾਕਤ ਦੇ ਦਿੰਦੇ ਨੇ ਅੰਦਰੋਂ, ਤੁਹਾਡੇ ਅੰਦਰੂਨੀ, ਜਿਹੜੀ ਤੁਹਾਨੂੰ ਦਰਦ ਮਹਿਸੂਸ ਨਹੀਂ ਹੋਣ ਦਿੰਦੀ। ਯਾਨੀ ਤੁਸੀਂ ਇੱਕ ਅੰਦਰੋਂ ਕਹਿ ਲਓ ਕਿ ਸਾਰੀ ਓਵਰਆਲਿੰਗ ਜਿਵੇਂ ਤੁਸੀਂ ਕਰਾਉਂਦੇ ਹੋ ਮਸ਼ੀਨ ਦੀ, ਉਸ ਮੂਮੈਂਟਸ ਹੁੰਦੇ ਨੇ ਜਿਹੜੇ ਤੁਹਾਡੀ ਓਵਰਆਲਿੰਗ ਕਰ ਰਹੇ ਹੁੰਦੇ ਨੇ, ਤਾਂ ਪ੍ਰਿਪੇਅਰ ਵੀ ਕਰਦੇ ਨੇ ਕਿ ਤੁਸੀਂ ਉਸ ਫਾਈਨਲ ਸਟੈਪ ਤੇ, ਜਿਹੜਾ ਭਾਵੇਂ ਜੇ ਤੁਸੀਂ ਹਾਰ ਵੀ ਜਾਓ ਤਾਂ ਤੁਸੀਂ ਡਿਪਰੈਸ਼ਨ 'ਚ ਨਹੀਂ ਜਾਂਦੇ, ਕਿਉਂਕਿ ਤੁਸੀਂ ਹਰ ਮੂਮੈਂਟ ਇੰਜੋਏ ਕਰਦੇ ਗਏ ਸੀ। ਉਹ ਫਾਈਨਲ ਯਾਨੀ ਜਦੋਂ ਅਸੀਂ ਡੈਸਟੀਨੇਸ਼ਨ ਇੱਕ ਰੱਖ ਲੈਂਦੇ ਹਾਂ ਵੀ ਅਸੀਂ ਪਹਾੜ ਤੇ ਚੜ੍ਹਨਾ, ਟੀਸੀ ਤੇ ਚੜ੍ਹ ਕੇ ਖੁਸ਼ੀ ਹੋਏਗੀ, ਉਸ ਤੋਂ ਥੱਲੇ ਹੋਏਗੀ ਨਹੀਂ, ਅਸੀਂ ਆਪ ਕਹਿੰਦੇ ਹਾਂ, ਮਨ ਨਹੀਂ ਕਹਿੰਦਾ, ਅਸੀਂ ਕਹਿੰਦੇ ਹਾਂ ਨਹੀਂ ਉਸ ਤੋਂ ਹੇਠਾਂ ਕੋਈ ਖੁਸ਼ੀ ਕਿਸੇ ਤਰੀਕੇ ਦੀ ਨਹੀਂ ਹੈ, ਉੱਥੇ ਹੀ ਖੁਸ਼ੀ ਹੋਣੀ ਹੈ। ਸੋ ਮੈਡਮ ਦੇਖੋ, ਤੁਸੀਂ ਹੁਣ ਗੱਲਾਂ ਬਾਤਾਂ ਕੀਤੀਆਂ, ਬੜੀਆਂ ਖੂਬਸੂਰਤ ਗੱਲਾਂ ਲੱਗ ਰਹੀਆਂ ਨੇ ਸੁਣਨ ਵਾਸਤੇ ਵੀ, ਪਰ ਮੈਮ ਕਈ ਵਾਰੀ ਆਪਾਂ ਦੇਖਦੇ ਹਾਂ ਜਦੋਂ ਪਿਛਲੇ 2 ਦਹਾਕਿਆਂ ਦੀ ਗੱਲ ਕਰਦੇ ਹਾਂ ਤਾਂ ਇਸ ਦੇ ਵਿੱਚ ਜੇ ਡਿਪਰੈਸ਼ਨ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਜ਼ਿਆਦਾ ਵਧਿਆ ਹੈਗਾ। ਇਸ ਵੇਲੇ ਭਾਵੇਂ ਬੱਚੇ ਨੇ, ਭਾਵੇਂ ਘਰ ਦੇ ਬਜ਼ੁਰਗ ਨੇ, ਭਾਵੇਂ ਸਾਡੇ ਮਾਪਿਓ ਨੇ, ਉਹ ਹਰ ਇੱਕ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ 'ਤੇ ਆ ਕੇ ਇਸ ਦਾ ਸ਼ਿਕਾਰ ਹੋ ਰਿਹਾ। ਕੀ ਲੱਗਦਾ ਕੀ ਹੈ ਮੈਮ, ਜਿਸ ਡਿਪਰੈਸ਼ਨ ਦੀ ਬਿਮਾਰੀ ਦੇ ਵਿੱਚ ਕਿਹੜੀ ਪੀੜ੍ਹੀ ਹੈ ਜਿਹੜੀ ਸਾਡੀ ਸਭ ਤੋਂ ਵੱਧ ਗ੍ਰਸਤ ਹੈ? ਕਿਉਂਕਿ ਤੁਸੀਂ ਜਿਸ ਤਰੀਕੇ ਨਾਲ ਗੱਲਾਂ ਦੱਸ ਰਹੇ ਸੀ ਕਿ ਖਿਡਾਰੀ ਤੋਂ ਲੈ ਕੇ ਇੱਕ ਸਟੂਡੈਂਟ ਤੱਕ ਹਰ ਇੱਕ ਅੱਜ ਕੱਲ੍ਹ ਡਿਪਰੈਸ਼ਨ ਦੇ ਵਿੱਚ ਹੈ। ਆਪਾਂ ਨੂੰ ਲੱਗਦਾ ਹੁੰਦਾ ਵੀ ਇਹ ਚੀਜ਼ ਅਚੀਵ ਕਰ ਲਈਏ, ਜੇ ਚੀਜ਼ ਅਚੀਵ ਨਾ ਹੋਈ ਤਾਂ ਡਿਪਰੈਸ਼ਨ ਵੱਧ ਜਾਣਾ। ਕੀ ਲੱਗਦਾ ਕੀ ਹੈ ਮੈਮ, ਇਸ ਤੋਂ ਕਿਵੇਂ ਬਚਿਆ ਜਾ ਸਕਦਾ? ਤੁਹਾਡੇ ਸਵਾਲ ਬਹੁਤ ਖੂਬਸੂਰਤ ਹੈ, ਉਹਦਾ ਜਵਾਬ ਸਿਰਫ ਨਾ 4 ਸ਼ਬਦਾਂ ਵਿੱਚ ਗੁਰਬਾਣੀ 'ਚ ਦਿੱਤਾ ਹੋਇਆ, ਜੋ ਜੋ ਦੀਸੈ ਸੋ ਸੋ ਰੋਗੀ। ਕੀ ਬਾਤ ਹੈ। ਸੋ ਉਹਦੇ ਵਿੱਚ ਉਸ ਅਨੁਸਾਰ ਮੇਰਾ ਖਿਆਲ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਵੀ ਫੇਲ ਹੈ, ਕਿਉਂਕਿ ਡਿਪਰੈਸ਼ਨ ਦਾ ਬੀਜ ਅਸੀਂ ਆਪ ਬੋਂਦੇ ਹਾਂ, ਕੋਈ ਬਾਹਰੋਂ ਆ ਕੇ ਨਹੀਂ ਬੋ ਸਕਦਾ। ਜ਼ਬਰਦਸਤੀ ਸਾਨੂੰ ਕੋਈ ਨਾ ਤਾਂ ਯਾਨੀ ਖੁਸ਼ੀ ਦੇ ਸਕਦਾ ਜ਼ਬਰਦਸਤੀ, ਨਾ ਸਾਨੂੰ ਉਹ ਗਮ ਦੇ ਸਕਦਾ ਜੀ। ਸੋ ਇਹਦਾ ਮਤਲਬ ਇਹ ਹੈ ਕਿ ਸਾਡੀ ਲਾਲਸਾ ਹੋਰ ਲੈਣ ਦੀ, ਉਹਦੇ ਵਿੱਚ ਭਾਵੇਂ ਜਿਵੇਂ ਹੁਣ ਗੁਰਬਾਣੀ 'ਚ ਵੀ ਸਮਝਾਇਆ ਕਿ ਜੀਭ ਦੇ ਸਵਾਦ ਨੇ ਅੱਧਿਆਂ ਨੂੰ ਮਾਰ ਦੇਣਾ, ਤੇ ਕਈਆਂ ਨੂੰ ਯਾਨੀ ਜਿਵੇਂ ਹੁਣ ਭੌਰਾ ਹੀ ਹੈ ਕਿ ਮੈਂ ਰੌਸ਼ਨੀ ਵੱਲ ਖਿੱਚਿਆ ਜਾਣਾ। ਸੋ ਭਾਵੇਂ ਉਹ ਅੱਖਾਂ ਰਾਹੀਂ ਹੋਏ, ਜ਼ਬਾਨ ਰਾਹੀਂ ਹੋਏ, ਨੱਕ ਦੀ ਸੁੰਘਣ ਸ਼ਕਤੀ ਹੋਵੇ, ਕਿਸੇ ਵੀ ਤਰੀਕੇ ਦੀ ਸਾਨੂੰ ਹੈ ਤੇ ਲਾਲਸਾ ਹੀ ਅਚੀਵ ਕਰਨ ਲਈ, ਹੋਰ ਲੈਣ ਦੀ, ਉਹ ਡਿਪਰੈਸ਼ਨ ਦੀ ਪਹਿਲੀ ਪੌੜੀ ਹੁੰਦੀ ਜੇ। ਯਾਨੀ ਸਾਡੇ 'ਚ ਸੈਟਿਸਫੈਕਸ਼ਨ ਖਤਮ ਹੋ ਚੁੱਕੀ ਹੈ ਕਿ ਜੇ ਸਾਡੇ ਕੋਲ ਮਿਸਾਲ ਵਜੋਂ ਤੁਹਾਡੇ ਕੋਲ ਅੱਜ ਦੇ ਦਿਨ ਘਰ ਹੈ ਬਹੁਤ ਸੋਹਣਾ, ਡਬਲ ਸਟੋਰੇਡ ਹੈ, ਤੁਹਾਡੇ ਮਦਰ ਫਾਦਰ ਨੇ ਜਿਹੜੇ ਕਿ ਅੱਛੇ ਹੈਲਥ 'ਚ ਨੇ, ਕੋਈ ਪ੍ਰੋਬਲਮ ਨਹੀਂ, ਤੁਹਾਡੇ ਕੋਲ ਕਾਰ ਹੈ ਜਿਹੜੀ ਕਿ ਮੇਰਾ ਖਿਆਲ ਹੈ ਅਸੀਂ ਕਹਿੰਦੇ ਹਾਂ ਟੌਪ 2% ਆਫ ਦੀ ਪੋਪੂਲੇਸ਼ਨ ਕੋਲ ਹੈ ਜਿਨ੍ਹਾਂ ਕੋਲ ਬੈਂਕ ਬੈਲੈਂਸ ਵੀ ਹੋਏ, ਕਾਰ ਵੀ ਹੈ, 2 ਵੇਲੇ ਦੀ ਰੋਟੀ ਵੀ ਹੈ, ਸਿਰ 'ਤੇ ਛੱਤ ਵੀ ਹੈ, ਤੇ ਘਰ ਬਿਮਾਰੀ ਵੀ ਨਹੀਂ ਹੈ। ਸਿਰਫ 2%। ਉਹਨਾਂ 2% ਵਿੱਚ ਜਦੋਂ ਹੁਣ ਲੱਭਿਆ ਗਿਆ ਕਿ ਕੀ ਇਹਨਾਂ ਨੂੰ ਤਾਂ ਡਿਪਰੈਸ਼ਨ ਹੋਣੀ ਨਹੀਂ ਚਾਹੀਦੀ, ਦੁਨੀਆ ਦੇ ਟੌਪ 2% ਵਿੱਚ ਨੇ, ਹੁਣ ਉਹਨਾਂ 'ਚ ਵੇਖਣ 'ਚ ਆਇਆ ਕਿ ਉਹਨਾਂ 'ਚੋਂ ਵੀ 25%, 1/4 ਡਿਪਰੈਸ਼ਨ ਦੇ ਸ਼ਿਕਾਰ ਸਨ, ਕਿਉਂਕਿ ਹੋਰ ਲੈਣਾ। ਜੇ ਤੁਹਾਡੇ ਕੋਲ ਟ੍ਰਿਲੀਅਨ ਹੈ ਤਾਂ ਬਈ ਮੈਂ ਇਹਦੇ 'ਚ ਹੋਰ ਕਿਸ ਤਰੀਕੇ ਆਪਣਾ ਵਧਾ ਸਕਦਾ ਕੰਮ, ਤਾਂ ਮੈਂ ਹੋਰ ਫਿਰ ਇਹਨੂੰ ਵਧਾ ਲਵਾਂ। ਹੁਣ ਇਸੇ ਤਰ੍ਹਾਂ ਤੁਹਾਡੇ ਕੋਲ
ਹੈ ਕਾਰ ਤਾਂ ਮੈਂ ਦੂਜੀ ਕਾਰ ਲੈ ਸਕਦਾ। ਭੁੱਖਿਆ ਭੁੱਖ ਨਾ ਉਤਰੀ। ਯਾਨੀ ਹੁਣ ਹੋਰ ਦੀ ਜਿਹੜੀ ਲਾਲਸਾ ਹੈ ਸਾਨੂੰ ਉਸ ਚੀਜ਼ ਨੂੰ, ਉਸ ਲਾਈਫ ਨੂੰ ਇੰਜੋਏ ਹੀ ਨਹੀਂ ਕਰਨ ਦੇ ਰਹੀ। ਫਿਰ ਜਦੋਂ ਬਿਮਾਰੀ ਹੋ ਜਾਂਦੀ ਹੈ ਫਿਰ ਅਸੀਂ ਫੇਰ ਵੀ ਔਖੇ ਆ। ਉਹ ਸਮਾਂ ਕਿੰਨਾ ਵਧੀਆ ਸੀ, ਪਰ ਤੁਸੀਂ ਕੀ ਉਹ ਵਧੀਆ ਸਮਾਂ ਜੀ ਸਕੇ? ਉਦੋਂ ਵੀ ਤਾਂ ਤੁਸੀਂ ਇਹੀ ਕਹਿ ਰਹੇ ਸੀ ਹੋਰ ਆਏ। ਹੁਣ ਉਹ ਸਮਾਂ ਲੰਘ ਗਿਆ, ਬਿਮਾਰੀ ਹੋ ਗਈ, ਸਮਾਂ ਅੰਤ ਦਾ ਆ ਗਿਆ, ਮੈਂ ਤਾਂ ਜ਼ਿੰਦਗੀ ਜੀ ਨਹੀਂ ਸਕਿਆ। ਐਂਡ ਬਿਲੀਵ ਮੀ 100% ਕਹਿ ਰਹੀ ਹਾਂ, ਜਿਹੜੇ ਐਂਡ ਸਟੇਜ ਲਾਈਫ ਤੇ ਆ ਜਾਣ 100 ਦੇ 100% ਲੋਕਾਂ ਦਾ ਇਹੀ ਸਵਾਲ, ਮੈਂ ਤਾਂ ਹਾਂ ਡਾਕਟਰ ਤਾਂ ਦੱਸ ਰਹੀ ਹਾਂ, ਇਹੋ ਹੀ ਜਵਾਬ ਹੈ, ਅਸੀਂ ਜ਼ਿੰਦਗੀ ਤਾਂ ਜੀਵੀ ਨਹੀਂ, ਸਾਡੇ ਨਾਲ ਹੀ ਮਾੜਾ ਕਿਉਂ? ਉਹ ਪਈ ਜਦੋਂ ਚੰਗਾ ਸਮਾਂ ਸੀ ਉਦੋਂ ਵੀ ਤਾਂ ਨਹੀਂ ਜੀਵੀ ਜ਼ਿੰਦਗੀ, ਉਦੋਂ ਕਿਹਨੇ ਰੋਕਿਆ ਸੀ? ਸੋ ਮਤਲਬ ਇਹ ਹੈ ਕਿ ਅਸੀਂ ਬੱਚਿਆਂ ਨੂੰ, ਜਿਨ੍ਹਾਂ ਦੇ ਕਿ ਮਨਾਂ 'ਚ ਡਿਪਰੈਸ਼ਨ ਦਾ ਕਿਤੇ ਛੱਡੋ ਨੇੜੇ ਤੇੜੇ ਚਿੰਤਾ ਹੁੰਦੀ ਨਹੀਂ, ਉਹਨਾਂ ਨੂੰ ਤਾਂ ਸੱਪ ਵੀ ਫੜ ਲੈਣਗੇ, ਅੱਗ 'ਚ ਵੀ ਵੜ ਜਾਣਗੇ, ਉਹਨਾਂ ਨੂੰ ਕੋਈ ਚਿੰਤਾ ਨਹੀਂ। ਉਹ ਚਿੰਤਾ ਆਪਣੇ ਅੰਦਰ ਬੈਠ ਕੇ ਕਦੇ ਸੋਚਿਓ, ਅਸੀਂ ਤਾਂ ਨਹੀਂ ਦੇ ਰਹੇ, ਤੂੰ ਆਣਾ ਹੀ ਫਸਟ ਹੈ। ਸਹੀ ਗੱਲ ਵੀ ਤੂੰ ਇੱਕ ਅਚੀਵਮੈਂਟ ਉਹਦੀ ਉਸ ਲੈਵਲ ਤੇ ਰੱਖ ਦਿੱਤੀ ਕਿ ਉਹ ਬੱਚਾ ਨਾ ਚਾਹੁੰਦੇ ਹੋਏ ਵੀ ਰਾਤ ਜਾਗੇ, ਵੀ ਪੜ੍ਹੇ, ਵੀ ਮਾਰ ਤੋਂ ਡਰਦਾ ਕਿ ਮੈਨੂੰ ਤਾਂ ਮੇਰੀ ਤਾਂ ਬਦਨਾਮੀ ਹੋ ਜੂ, ਮੇਰੇ ਪਿਓ ਦੀ ਬਦਨਾਮੀ ਹੋ ਜੂ, ਮੈਂ ਪੜ੍ਹਨਾ ਤੇ ਉਹ ਵੀ ਟੌਪ ਤੇ ਜਾਣਾ, ਭਈ ਸੈਕਿੰਡ ਜਾਂ ਥਰਡ ਤੇ ਕੀ ਘਸ ਜਾਣਾ। ਸੋ ਇਹ ਚੀਜ਼ ਚੱਕਰਵਿਊਹ ਅਸੀਂ ਜੋ ਪੈਦਾ ਕੀਤਾ ਉਹ ਸਾਡੀ ਹੀ ਉਪਜ ਹੈ ਕਿ ਅਸੀਂ ਹੋਰ ਤੇ ਹੋਰ। ਇਸੇ ਲਈ ਮੈਂ ਤੁਹਾਨੂੰ ਜਦੋਂ ਇਹਦੇ 'ਚ ਜਿਹੜੀ ਟਰੀਟਮੈਂਟ ਬੜੀ ਇੰਟਰਸਟਿੰਗ ਹੈ, ਜੋ ਲਿਖਦੇ ਨੇ ਕਿ ਤੁਸੀਂ ਲਾਈਫ ਸਟਾਈਲ ਚੇਂਜ ਕਰਨਾ। ਹੁਣ ਉਹ ਚੇਂਜ 'ਚ ਕੀ ਹੈ, ਜੋ ਮੇਰਾ ਖਿਆਲ ਅੱਜ ਅਸੀਂ ਸਮਝ ਰਹੇ ਹਾਂ, ਐਡੇ ਐਡੇ ਵੱਡੇ ਜਰਨਲਸ ਵਿੱਚੋਂ, ਐਡੇ ਐਡੇ ਕਿਤਾਬਾਂ ਜਿਹਨਾਂ 'ਚੋਂ ਅਸੀਂ ਸਾਰਾ ਕੁਛ ਪੜ੍ਹ ਕੇ ਸਿੱਖ ਰਹੇ ਹਾਂ, ਉਹ ਗੁਰਬਾਣੀ 'ਚ ਉਦੋਂ ਉਹ ਚੀਜ਼ ਲੱਭੀ ਹੈ। ਦੋ ਹੀ ਚੀਜ਼ਾਂ ਨੇ, ਸੰਤੁਸ਼ਟੀ, ਉਹ ਬੜੀ ਸੋਹਣੇ ਤਰੀਕੇ ਗੁਰਬਾਣੀ 'ਚ ਹਮੇਸ਼ਾ ਸਮਝਾਇਆ, ਬਈ ਸੰਤੁਸ਼ਟ ਰਹਿਣਾ ਸਿੱਖੋ, ਸ਼ੁਕਰਾਨਾ ਕਰਨਾ ਸਿੱਖੋ, ਸ਼ੁਕਰ ਹੈ। ਇਹ ਚੀਜ਼ਾਂ ਇੰਨੀਆਂ ਕੁ ਮਾਇਨੇ ਰੱਖਦੀਆਂ ਨੇ ਕਿ ਦੂਸਰੀ ਜੋ ਚੀਜ਼ ਹੈ ਉਹ ਹੈ ਚੜ੍ਹਦੀ ਕਲਾ। ਹੁਣ ਇਹ ਦੋਨੋਂ ਚੀਜ਼ਾਂ ਤੁਸੀਂ ਆਪ ਦੱਸ ਦਿਓ ਕਿ ਹਰ ਗੁਰੂ ਸਾਹਿਬਾਨ ਨੇ ਜਾਂ ਹਰ ਭਗਤ ਨੇ ਜਾਂ ਹਰ ਜਿੰਨੇ ਵੀ ਭੱਟ ਤੱਕ ਦੀ ਤੁਸੀਂ ਜੇ ਬਾਣੀ ਪੜ੍ਹੋ ਸਾਰਿਆਂ ਦੀ 'ਚ ਇੱਕੋ ਹੀ ਚੀਜ਼ ਤੇ, ਇਹੀ ਦੋ ਚੀਜ਼ਾਂ ਤੇ ਹੀ ਜ਼ੋਰ ਦਿੱਤਾ ਹੋਇਆ ਕਿ ਚੜ੍ਹਦੀ ਕਲਾ ਰੱਖੋ। ਆਇਆ ਸਮਾਂ, ਉਹ ਪਰਵਾਹ ਨਹੀਂ, ਲੰਘ ਜਾਣਾ, ਪਹਿਲਾਂ ਵੀ ਤਾਂ ਲੰਘੇ ਨੇ, ਫੇਰ ਸਹੀ, ਕਦੇ ਡਿਪਰੈਸ਼ਨ ਨੇੜੇ ਆ ਹੀ ਨਹੀਂ ਸਕਦੀ। ਬਹੁਤ ਸਾਰੇ ਲੋਕਾਂ ਨੂੰ ਇਦਾਂ ਲੱਗਦਾ ਹੁੰਦਾ ਕਿ ਯਾਰ ਮੈਂ ਹੀ ਦੁਖੀ ਹਾਂ, ਬਾਕੀ ਸਭ ਸੁਖੀ ਨੇ, ਮੈਂ ਦੁਖੀ ਹਾਂ, ਵੀ ਮੈਂ ਕਿਵੇਂ ਇਸ ਤੋਂ ਬਾਹਰ ਨਿਕਲਾਂ। ਤਾਂ ਤੁਸੀਂ ਦੱਸਿਆ ਕਿ ਇਹਦੇ ਲਈ ਸਮਾਜ ਵੀ ਜ਼ਿੰਮੇਵਾਰ ਹੈ, ਘਰ ਦੇ ਵੀ ਜ਼ਿੰਮੇਵਾਰ ਹੈ, ਆਪਣੇ ਜਿਹੜੇ ਯਾਰ ਦੋਸਤ ਹੈ, ਮਿੱਤਰ ਹੈ, ਉਹ ਵੀ ਜ਼ਿੰਮੇਵਾਰ ਨੇ। ਤਾਂ ਫਿਰ ਇਹ ਜ਼ਿੰਮੇਵਾਰੀ ਤੈਅ ਕੌਣ ਕਰੂਗਾ? ਕੀ ਲੱਗਦਾ ਕੀ ਹੈ, ਆਪਣੀ ਹਰ ਇੱਕ ਬੰਦੇ ਨੂੰ ਕਿਸ ਤਰੀਕੇ ਨਾਲ ਇੰਡੀਵਿਜੂਅਲ ਤੌਰ ਦੇ ਉੱਤੇ ਸੋਚਣਾ ਚਾਹੀਦਾ ਕਿ ਮੈਂ ਕਿਸੇ ਨੂੰ ਦੁੱਖ ਤਾਂ ਨਹੀਂ ਦੇ ਰਿਹਾ, ਮੈਂ ਕਿਸੇ ਨੂੰ ਡਿਪਰੈਸ਼ਨ ਤਾਂ ਨਹੀਂ ਦੇ ਰਿਹਾ? ਇਹ ਕਿਵੇਂ ਬਚਿਆ ਜਾ ਸਕਦਾ? ਹੁਣ ਦੇਖੋ, ਇੱਕ ਸਿੰਪਲ ਜੀ ਗੱਲ, ਤੁਸੀਂ ਇੱਕ ਰੂਟੀਨ ਬਣਾ ਲਓ, ਹਰ ਰੋਜ਼ ਸਵੇਰੇ ਉੱਠੋ ਜੀ, ਬਸ ਇੱਕੋ ਹੀ ਚੀਜ਼ ਕਹਿ ਰਹੀ ਹਾਂ ਮੈਂ, ਔਰ ਕੁਝ ਵੀ ਬਦਲਣ ਨੂੰ ਨਹੀਂ, ਤਬਦੀਲ ਕਰਨ ਨੂੰ ਕਹਿੰਦੀ। ਸਵੇਰੇ ਉੱਠੋ ਜੀ, ਉੱਠੋ ਤੇ ਕਹੋ, ਦੇਖੋ ਚਾਰੇ ਪਾਸੇ, ਅੱਛਾ ਵੀ ਅੱਜ ਮੈਂ ਜਿਉਂਦਾ ਉੱਠਿਆ, ਸ਼ੁਕਰ ਹੈ। ਅੱਜ ਤਾਂ ਸ਼ਾਇਦ 20 ਲੱਖ ਬੰਦਾ ਮਰ ਜਾਣਾ ਸੀ ਪੂਰੀ ਦੁਨੀਆ 'ਚ, ਮੈਂ ਜਿਉਂਦਾ, ਸ਼ੁਕਰ ਏ। ਫਿਰ ਹੱਥ ਤੇ ਪੈਰ ਚੱਲਦੇ ਨੇ, ਅੱਜ ਸ਼ਾਇਦ 2 ਲੱਖ ਬੰਦੇ ਦਾ ਪਾਸਾ ਮਾਰਿਆ ਜਾਣਾ ਸੀ, ਮੈਂ ਜਿਉਂਦਾ, ਮੈਂ ਖੜਾ, ਮੈਂ ਆਪਣੇ ਹੀ ਪੈਰਾਂ ਤੇ ਤੁਰ ਸਕਦਾ। ਅੱਛਾ, ਫਿਰ ਮੈਂ ਆਪਣੀ ਸ਼ਕਲ ਦੇਖ ਸਕੀ, ਸ਼ੁਕਰ ਹੈ ਮੇਰੀਆਂ ਅੱਖਾਂ ਹੈਗੀਆਂ। ਹੋ ਸਕਦਾ ਅੱਜ ਦੇ ਦਿਨ 50,000 ਜਿਨ੍ਹਾਂ ਦੀ ਅੱਖ ਚਲੀ ਜਾਣੀ ਸੀ ਨਜ਼ਰ, ਮੈਂ ਉਹਨਾਂ 'ਚ ਨਹੀਂ ਹਾਂ। ਭਈ ਮੇਰੀ ਜ਼ਬਾਨ ਵੀ ਚੱਲ ਰਹੀ ਹੈ, ਸ਼ੁਕਰ ਹੈ। ਤੇ ਮੈਂ ਤੁਰ ਕੇ ਬਾਹਰ ਤੱਕ, ਅੰਦਰ ਤੱਕ ਆ ਗਿਆ। ਯਕੀਨ ਮੰਨਿਓ, ਤੁਸੀਂ ਸਿਰਫ 5 ਦਿਨ ਇਹ ਕਰਕੇ ਵੇਖਿਓ, ਤੁਹਾਨੂੰ ਉਸ ਸਾਰਾ ਦਿਨ ਡਿਪਰੈਸ਼ਨ ਮਹਿਸੂਸ ਨਹੀਂ ਹੋਣਾ। ਤੇ ਜੇ ਜ਼ਿੰਦਗੀ ਦਾ ਢੰਗ ਤਬਦੀਲ ਕਰ ਲਈਏ, ਸਿਰਫ ਇੰਨੀ ਗੱਲ, ਸੁੱਤੇ ਉੱਠਿਆ, ਸ਼ੁਕਰ ਹੈ ਕਿ ਅੱਜ ਮੈਂ ਬਿਲਕੁਲ ਸਹੀ ਸਲਾਮਤ ਹਾਂ, ਮੈਂ ਉਹਨਾਂ ਲੱਖਾਂ 'ਚੋਂ ਨਹੀਂ ਹਾਂ ਜਿਨ੍ਹਾਂ ਨੇ ਅੱਜ ਦੁਨੀਆ ਛੱਡ ਦੇਣੀ ਸੀ। ਕਿੰਨਾ ਖੂਬਸੂਰਤ ਦਿਨ ਚੜਿਆ। ਤੁਹਾਨੂੰ ਇਹ ਚੀਜ਼ਾਂ ਹੀ ਭੁੱਲ ਜਾਣੀਆਂ, ਮੈਨੂੰ ਕਾਰ ਹੋਰ ਚਾਹੀਦੀ ਹੈ, ਮੈਨੂੰ ਆਹ ਘਰ ਹੋਰ ਚਾਹੀਦਾ, ਮੈਂ ਨਾਲ ਦੇ ਦਾ ਗੁਆਂਢੀ ਕੀ ਕਰ ਰਿਹਾ, ਉਹ ਖਸਮਾਂ ਨੂੰ ਖਾਏ ਗੁਆਂਢੀ। ਯਾਨੀ ਮੈਂ ਜ਼ਿੰਦਾ, ਜੇ ਮੈਂ ਜ਼ਿੰਦਾ ਹੀ ਨਾ ਹੁੰਦਾ ਤਾਂ ਕੀ ਕਰਨਾ ਸੀ ਇਹ ਚੀਜ਼ਾਂ ਨੇ। ਕਿੰਨੀ ਵੱਡੀ ਖੁਸ਼ੀ ਦੀ ਗੱਲ ਹੈ। ਤੁਸੀਂ ਸੋਚੋ ਕਿ ਸਮਾਂ ਸੀਮਤ ਹੈ ਜ਼ਿੰਦਗੀ ਦਾ, ਤੇ ਮੈਂ ਉਸ ਜ਼ਿੰਦਗੀ 'ਚ ਅੱਜ ਜ਼ਿੰਦਾ ਤੇ ਮੈਂ ਖੁਸ਼ ਰਹਿ ਸਕਦਾ, ਮੈਂ ਇੰਜੋਏ ਕਰ ਸਕਦਾ, ਮੈਂ ਜ਼ਿੰਦਗੀ ਜੀ ਲਵਾਂ। ਉਸ ਦਿਨ ਕੰਮ ਤੇ ਜਾ ਕੇ ਦੇਖਿਓ, ਤੁਹਾਨੂੰ ਉੱਥੇ ਵੀ ਮਾੜਾ ਨਹੀਂ ਲੱਗੇਗਾ। ਤੁਹਾਡਾ ਬੌਸ ਬੜਾ ਚਿੜਚਿੜਾ ਤੁਹਾਨੂੰ ਬੋਲ ਰਿਹਾ, ਤੁਸੀਂ, ਤੁਹਾਡੇ ਮਨ 'ਚ ਖੇੜਾ ਹੋਏਗਾ, ਕਰ ਲੈ ਯਾਰਾ, ਕਿੰਨੇ ਕੁ ਦਿਨਾਂ ਦੀ ਜ਼ਿੰਦਗੀ ਹੈ। ਉਹ ਤੁਸੀਂ ਹਰ ਚੀਜ਼ ਨੂੰ ਆਪ ਹੀ, ਤੁਹਾਡੇ ਹਾਰਮੋਨਸ ਲੱਗਦਾ ਕਿ ਸ਼ੁਕਰਾਨਾ ਆਪਾਂ ਮਾਈਨਸ ਕਰਤਾ ਜ਼ਿੰਦਗੀ ਦੇ ਵਿੱਚੋਂ। ਇਹ ਚੀਜ਼ ਨੇ ਤੁਹਾਨੂੰ, ਜਿਹੜੇ 2/3 ਪੋਪੂਲੇਸ਼ਨ ਨੂੰ ਦੱਬੀ ਬੈਠੀ ਹੈ ਨਾ, ਉਹਨੂੰ ਖਤਮ ਕਰ ਦੇਗੀ। ਸੋ ਜਿਹੜੀ ਸਭ ਤੋਂ ਪਹਿਲੀ ਚੀਜ਼ ਅਸੀਂ ਆਪ ਠੀਕ ਕਰ ਸਕਦੇ ਹਾਂ, ਸਿਰਫ ਇੰਨੀ ਕੁ ਗੱਲ, ਸ਼ੁਕਰ ਹੈ
ਮੈਂ ਜ਼ਿੰਦਾ। ਇਸ ਤੋਂ ਵੱਡੀ ਗੱਲ ਹੋ ਸਕਦੀ ਹੈ, ਤੁਸੀਂ ਆਪ ਸੋਚੋ। ਜੇ ਇਹ ਸਾਰੀਆਂ ਚੀਜ਼ਾਂ ਦੀ ਅਚੀਵਮੈਂਟਸ ਮੈਂ ਹੀ ਸਭ ਤੋਂ ਉੱਪਰਲੀ ਪੋਸਟ ਲੈਣੀ ਸੀ, ਮੈਂ ਇਹ ਲੈਣੀ ਸੀ, ਤਾਂ ਅੱਜ ਦੇ ਦਿਨ ਸੋਚ ਕੇ ਦੇਖੋ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਪੂਰੇ ਹੋ ਚੁੱਕੇ, ਕਿਸੇ ਕੋਲ ਸਮਾਂ ਉਹਨਾਂ ਨੂੰ ਯਾਦ ਕਰਨ ਦਾ, ਜਾਂ ਉਹਨਾਂ ਨੇ ਭਾਈ ਉਹ 7ਵੀਂ ਜਮਾਤ ਵਿੱਚ, ਜਾਂ ਮੈਂ ਸਿੰਪਲ ਜੀ ਐਗਜ਼ਾਮਪਲ ਲਵਾਂ, ਮੇਰੇ ਫਰਜ਼ ਕਰੋ ਪੜਦਾਦਾ ਜੀ ਨੇ 7ਵੀਂ ਜਮਾਤ ਵਿੱਚ ਪਹਿਲਾ ਨੰਬਰ ਲਿਆ ਕੇ ਦੂਜਾ ਲਿਆ ਕੇ ਤੀਜਾ ਲਿਆ, ਤੁਹਾਨੂੰ ਫਰਕ ਪੈਂਦਾ? ਮੈਨੂੰ ਵੀ ਨਹੀਂ ਪੈਣਾ ਤੇ ਤੁਹਾਨੂੰ ਕੀ ਪੈਣਾ, ਤੇ ਕਿਸ ਨੂੰ ਪਤਾ ਉਹਨਾਂ ਨੇ ਕਿਹੜਾ ਨੰਬਰ ਲਿਆ। ਇੰਨੀ ਸਿੰਪਲ ਜੀ ਗੱਲ ਜੇ ਸਾਡੇ ਪੇਰੈਂਟਸ ਸਮਝ ਲੈਣ, ਉਹ ਭਾਈ 5ਵੀਂ 'ਚ ਜਾਂ 6ਵੀਂ 'ਚ ਜਾਂ 7ਵੀਂ 'ਚ ਕੀ ਨੰਬਰ ਆਏ, ਉਹਨਾਂ ਦੀ ਜ਼ਿੰਦਗੀ ਤਾਂ ਰਹਿਣ ਦਿਓ, ਇੰਜੋਏ ਕਰ ਲੈਣ ਦਿਓ ਬਚਪਨ, ਉਹ ਅਸੀਂ ਖ਼ਤਮ ਕਰਤਾ ਬੱਚਿਆਂ ਦਾ। ਵਿਕਸਿਤ ਮੁਲਕਾਂ ਤੋਂ ਜੇ ਅਸੀਂ ਕੁਝ ਸਿੱਖਣਾ ਤਾਂ ਸਿਰਫ ਇਹ, ਕਿਉਂਕਿ ਸਾਡੇ ਬਹੁਤ ਸਾਰੇ ਸਾਡੇ ਹੀ ਵੀਰ ਭੈਣ ਜੋ ਬਾਹਰ ਵਸੇ ਨੇ ਹੋਰ ਮੁਲਕਾਂ 'ਚ, ਉਹ ਇਹ ਸੋਚ ਨਾਲ ਲੈ ਗਏ ਨੇ। ਅੱਜ ਤੱਕ ਵੀ ਮੇਰੀ ਕਈਆਂ ਨਾਲ ਗੱਲ ਹੋਈ, ਮੈਂ ਖੁਸ਼ ਹਾਂ ਕਿ ਉਹਨਾਂ ਦੇ ਬੱਚੇ ਅਚੀਵ ਕੀਤੇ, ਅਤੇ ਉਹ ਬੜੇ ਫਖਰ ਨਾਲ ਵੀ ਦੱਸਣਗੇ ਯੂਨੀਵਰਸਿਟੀ 'ਚੋਂ ਮੇਰਾ ਬੱਚਾ ਟੌਪਰ ਆਇਆ। ਪਰ ਗੱਲ ਸਿਰਫ ਇਹ ਹੈ ਕਿ ਅਸੀਂ ਉਹ ਟੌਪਰ ਆਉਣ ਲਈ ਕਿੰਨਾ ਤੁਸੀਂ ਸਟ੍ਰੈਸ ਦਿੱਤਾ, ਅਤੇ ਕਿਉਂ ਦਿੱਤਾ, ਅਤੇ ਕਿਸ ਨੇ ਯਾਦ ਰੱਖਣਾ ਹੋਰ 2 ਸਾਲਾਂ ਨੂੰ ਕਿ ਇਹਨੇ ਟੌਪ ਕੀਤਾ ਸੀ ਜਾਂ ਸੈਕਿੰਡ 'ਤੇ ਸੀ। ਪਰ ਕੀ ਉਹ ਬਾਕੀਆਂ ਨਾਲ ਵਿਹਾਰ ਜਾਂ ਉਹਦਾ ਜ਼ਿੰਦਗੀ ਜੀਣ ਦਾ ਢੰਗ ਉਹ ਤਾਂ ਨਹੀਂ ਖੋਹ ਲਿਆ ਉਸ ਤੋਂ? ਇਹ ਜ਼ਿਆਦਾ ਜ਼ਰੂਰੀ ਇੱਕ ਚੀਜ਼ ਹੈ ਜਿਹੜੀ ਅਸੀਂ ਮਨਫੀ ਕਰਦੇ ਜਾ ਰਹੇ ਹਾਂ। ਫਿਰ ਦੂਸਰੀ ਚੀਜ਼ ਹੁੰਦੀ ਜੇ ਤੁਹਾਡਾ ਮਲਟੀਟਾਸਕਿੰਗ, ਯਾਨੀ ਪੜ੍ਹ ਰਿਹਾ ਤੇ ਸਿਰਫ ਹੀ ਪੜ੍ਹ ਹੀ ਰਿਹਾ, ਸਿਹਤ ਦਾ ਸੱਤਿਆਨਾਸ ਹੋ ਗਿਆ, ਅੱਡ ਖੋਪੇ ਲੱਗ ਗਏ, ਬੁਰਾ ਹਾਲ। ਕੀ ਖੱਟਿਆ ਤੁਸੀਂ? ਬਿਮਾਰੀਆਂ ਨਾਲ ਸਰੀਰ ਜਕੜਿਆ ਗਿਆ। ਸੋ ਜੇ ਡਿਪਰੈਸ਼ਨ ਦੀ ਟਰੀਟਮੈਂਟ ਵਿੱਚ ਝਾਤ ਮਾਰੀਏ ਤਾਂ ਵੀ ਐਕਸਰਸਾਈਜ਼ ਇੱਕ ਬਹੁਤ ਜ਼ਿਆਦਾ ਅਹਿਮ ਉਹਦੇ ਵਿੱਚ ਨੁਕਤਾ ਆਇਆ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜੇ ਸਰੀਰ ਤੰਦਰੁਸਤ ਹੈ ਤੇ ਦਿਮਾਗ ਤੰਦਰੁਸਤ ਰਹਿੰਦਾ। ਸੋ ਉਹਦੀ ਉੱਥੇ ਤਾਂ ਆਪਾਂ ਜ਼ਰੂਰ ਜਾਵਾਂਗੇ ਵੀ ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਪਰ ਪਹਿਲਾਂ ਮੈਂ ਹਜੇ ਹੋਰ ਥੋੜ੍ਹੇ ਬੜੀਆਂ ਵਧੀਆ ਗੱਲਾਂ ਨੇ ਹੋਰ ਥੋੜ੍ਹਾ ਡਿਸਕਰਾਈਬ ਕਰਨਾ ਚਾਹੁੰਦਾ ਕਿ ਪਹਿਲਾਂ ਘਰ ਕੱਚੇ ਸੀ, ਕਹਿੰਦੇ ਰਿਸ਼ਤੇ ਪੱਕੇ ਸੀਗੇ, ਉਦੋਂ ਆਪਾਂ ਹਰ ਗੱਲ ਸ਼ੇਅਰ ਕਰਦੇ ਸੀ। ਤਾਂ ਮੈਨੂੰ ਲੱਗਦਾ ਕਿ ਆਪਾਂ ਸ਼ੇਅਰ ਵਾਲਾ ਬਟਨ ਹੁਣ ਫੇਸਬੁੱਕ 'ਤੇ ਤਾਂ ਹੈਗਾ, ਸੋਸ਼ਲ ਮੀਡੀਆ 'ਤੇ ਤਾਂ ਹੈਗਾ, ਪਰ ਆਪਾਂ ਜ਼ਿੰਦਗੀ ਦੇ ਵਿੱਚ ਆਪਣੀ ਗੱਲਾਂ ਸ਼ੇਅਰ ਕਰਨ ਵਾਲਾ ਬਟਨ ਕਿਤੇ ਗਾਇਬ ਕਰਦਾ। ਸਹੀ ਕਹਿੰਦੇ ਹੋ। ਅਸਲ 'ਚ ਜਿਵੇਂ ਹੁਣ ਮੈਨੇਜਮੈਂਟ ਵਿੱਚ ਬੜੇ ਵੱਖਰੇ ਵੱਖਰੇ ਹਿੱਸੇ ਨੇ, ਜਿਨ੍ਹਾਂ 'ਚ ਫਸਟ ਹੁੰਦਾ ਕਿ ਡਾਇਟਰੀ ਮੈਨੇਜਮੈਂਟ ਹੈ, ਫਿਰ ਹੈ ਤੁਹਾਡੇ ਫਰੈਂਡਸ ਦੇ ਨਾਲ ਕਿਸ ਤਰੀਕੇ ਤੁਸੀਂ ਬਿਹੇਵ ਕਰਨਾ ਹੈ, ਫਿਰ ਤੁਸੀਂ ਯਾਨੀ ਕਿੰਨੀ ਐਕਸਰਸਾਈਜ਼ ਕਰਨੀ ਹੈ, ਫਿਰ ਕਿਵੇਂ ਦੀ ਸਵੇਰ ਬਿਤਾਣੀ ਹੈ, ਕਿਵੇਂ ਦੀ ਸ਼ਾਮ, ਕਿਵੇਂ ਦਾ ਮਿਡਲ ਪੀਰੀਅਡ, ਇਹ ਬਾਕਾਇਦਾ ਟਰੀਟਮੈਂਟ ਦੇ ਸਾਡੇ ਹਿੱਸੇ ਨੇ। ਫਿਰ ਐਂਡ ਸਟੇਜ 'ਤੇ ਆਉਂਦਾ ਜਦੋਂ ਕੁਝ ਵੀ ਨਹੀਂ ਤਾਂ ਦਵਾਈਆਂ ਖਾਓ ਬਈ। ਬਹੁਤ ਜ਼ਰੂਰੀ ਜਿਹੜੀ ਤੁਸੀਂ ਨੁਕਤਾ ਚੁੱਕਿਆ ਸੀ, ਜਦੋਂ ਗਿਣਦੇ ਹਾਂ ਓਲਡ ਏਜ ਦੇ ਵਿੱਚ ਜਿਹੜੀ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਨੇ, ਉਹਨਾਂ 'ਚ ਕਾਰਨ ਵੱਡਾ ਇਹੀ ਲੱਭਿਆ ਗਿਆ, ਸਾਥੀ ਨਾ ਰਿਹਾ ਹੋਵੇ, ਯਾਨੀ ਆਪਣੇ ਜੀਵਨ ਸਾਥਣ ਦੀ ਜਾਂ ਕਿਸੇ ਦੀ ਹਸਬੈਂਡ ਦੀ ਜਾਂ ਵਾਈਫ ਦੀ ਡੈਥ ਹੋ ਗਈ ਹੋਵੇ, ਕਿਉਂਕਿ ਉਹ ਏਜ ਹੈ ਜਿੱਥੇ ਤੁਸੀਂ ਭਾਲਦੇ ਹੋ ਦੋਸਤ, ਉੱਥੇ ਦੋਸਤਾਂ ਦਾ ਬਹੁਤ ਵੱਡਾ ਰੋਲ ਹੁੰਦਾ। ਸੋ ਜੇ ਦੋਸਤ ਵੀ ਫਰਜ਼ ਕਰੋ ਵਾਰੀ ਤੁਰ ਜਾਣ, ਨਾ ਰਹਿਣ ਉਸ ਏਜ ਵਿੱਚ, ਤਾਂ ਬਹੁਤ ਸਵੀਅਰ ਡਿਪਰੈਸ਼ਨ ਦੇ ਸ਼ਿਕਾਰ ਹੋ ਕੇ ਕਈ ਲੋਕ ਖਾਣਾ ਛੱਡ ਦਿੰਦੇ ਨੇ, ਚੁੱਪ ਹੋ ਜਾਂਦੇ ਨੇ, ਅਲੱਗ ਬੈਠਣ ਲੱਗ ਜਾਂਦੇ ਨੇ, ਆਮ ਘਰ 'ਚ ਵੀ ਉਹਨਾਂ ਨੂੰ ਸੱਤਰਿਆ ਬੱਤਰਿਆ ਕਹਿਣ ਲੱਗ ਜਾਂਦੇ ਨੇ। ਉਹਨਾਂ ਦੇ ਦੇਖਣ ਵਿੱਚ ਆਇਆ ਕਿ ਦਿਮਾਗ ਸੁੰਗੜਨ ਲੱਗ ਜਾਂਦਾ, ਯਾਨੀ ਉਹਨਾਂ ਦੀ ਯਾਦਾਸ਼ਤ ਵੀ ਜਾਂਦੀ ਹੈ, ਅਤੇ ਜਿਹੜੀ ਉਹ ਯਾਨੀ ਖੇੜਾ ਜਾਂ ਕਿਸੇ ਨਾਲ ਰਚਨ ਮਿਚਨ ਦਾ ਉਹ ਚੀਜ਼ ਖਤਮ ਹੋ ਜਾਂਦੀ ਹੈ। ਸੋ ਦੋਸਤਾਂ ਨਾਲ ਟਰੀਟਮੈਂਟ ਵਿੱਚ ਵੀ ਲਿਖਿਆ ਹੁੰਦਾ ਕਿ ਹਰ ਰੋਜ਼ ਸ਼ਾਮ ਨੂੰ ਅੱਧਾ ਘੰਟਾ ਤੁਸੀਂ ਦੱਬ ਕੇ ਗਾਲਾਂ ਕੱਢਣੀਆਂ, ਮਾੜੀ ਸ਼ਬਦਾਵਲੀ ਬੋਲਣੀ ਹੈ, ਹੱਸਣਾ, ਖੇਡਣਾ, ਜਾ ਕੇ ਜੱਫੀ ਪਾ ਲੈਣੀ ਹੈ, ਜਾਂ ਤੁਸੀਂ ਮਤਲਬ ਉਹ ਟੈਲੀਫੋਨਿਕਲੀ ਨਹੀਂ ਅਸੀਂ ਕਹਿੰਦੇ ਉਹਨੂੰ, ਅਸੀਂ ਕਹੀਦਾ ਕਿ ਤੁਸੀਂ ਵੀਡੀਓ ਕਾਲ ਕਰੋ, ਜੇ ਜਾ ਸਕਦੇ ਹੋ ਵਾਹ ਭਲਾ ਜ਼ਰੂਰ ਅੱਧਾ ਘੰਟਾ ਆਪਣਾ ਬਿਤਾ ਕੇ ਆਓ, ਤੁਹਾਨੂੰ ਜ਼ਿੰਦਗੀ ਦੇ ਰਿਹਾ। ਉਹ ਹੱਸਣਾ ਖੇਡਣਾ ਹੋ ਸਕਦਾ 24 ਘੰਟੇ ਦੀ ਐਕਸਟਰਾ ਲਾਈਫ ਦੇ ਜਾਵੇ ਤੁਹਾਨੂੰ, ਉਸ ਤੋਂ ਵੱਡੀ ਨਹੀਂ ਕੋਈ ਸੁਗਾਤ ਹੋ ਸਕਦੀ। ਸੋ ਜੇ ਉਹ ਬਾਈ ਚਾਂਸ ਤੁਸੀਂ ਉਸ ਦਿਨ ਨਹੀਂ ਸੰਭਵ, ਕੋਈ ਮੀਂਹ ਹੈ ਜਾਂ ਕੁਛ ਪ੍ਰੋਬਲਮ ਹੈ, ਤਾਂ ਵੀਡੀਓ ਕਾਲਿੰਗ ਜ਼ਰੂਰੀ ਹੈ ਤਾਂ ਕਿ ਤੁਸੀਂ ਉਹਨੂੰ ਦੇਖੋ ਅਤੇ ਤੁਸੀਂ ਆਪਣੀ ਯਾਨੀ ਜਿੱਥੇ ਰਿਸਟ੍ਰਿਕਸ਼ਨਸ ਖਤਮ ਹੋ ਜਾਣ ਤੁਹਾਡੀਆਂ, ਕਿ ਬੜੀ ਖੁੱਲ੍ਹ ਕੇ ਤੁਸੀਂ ਜਿੱਥੇ ਗੱਲ ਕਰ ਸਕੋ, ਇਹ ਦੋਸਤ ਜ਼ਰੂਰੀ ਹੁੰਦੇ ਨੇ। ਇੱਕ ਹਰ ਮੂਮੈਂਟ ਨੂੰ ਤੁਸੀਂ ਕਿਹਾ ਕਿ ਇੰਜੋਏ ਕਰਨਾ ਚਾਹੀਦਾ। ਮੰਨ ਲਓ ਅਸੀਂ ਕਿਤੇ ਘੁੰਮਣ ਗਏ, ਕਿਤੇ ਫੈਮਿਲੀ ਨਾਲ ਗਏ, ਕਿਤੇ ਦੋਸਤਾਂ ਮਿੱਤਰਾਂ ਨਾਲ ਗਏ, ਆਪਾਂ ਬੜੀਆਂ ਫੋਟੋਆਂ ਸਾਂਭ ਲੈਂਦੇ ਹਾਂ,
ਕਿ ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਸਾਡੀ ਜਿਹੜੀ ਦਿਮਾਗ ਦੇ ਵਿੱਚ ਟੈਨਸ਼ਨ ਹੁੰਦੀ ਹੈ ਉਸ ਨੂੰ ਬੂਸਟ ਕਰਦੀ ਹੈ, ਉਸ ਨੂੰ ਕਿਤੇ ਭਜਾ ਦਿੰਦੀ ਹੈ, ਉਹਨਾਂ ਨੂੰ ਵੀ ਸਾਂਭ ਕੇ ਰੱਖਣਾ ਚਾਹੀਦਾ। ਜ਼ਰੂਰ ਜੀ, ਕਿਉਂਕਿ ਪੁਰਾਣੀਆਂ ਯਾਦਾਂ ਜਿਹੜੀਆਂ ਹੁੰਦੀਆਂ ਨੇ ਉਹ ਤੁਹਾਨੂੰ ਤਰੋ-ਤਾਜ਼ਾ ਕਰਦੀਆਂ ਨੇ, ਕਿਉਂਕਿ ਜਿਹੜਾ ਓਵਰ ਸਟ੍ਰੈਸਡ ਬ੍ਰੇਨ ਹੈ ਉਹਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਪੁਰਾਣੇ ਚਿੱਤਰ ਕੱਢ ਕੇ, ਉਹ ਦੋਸਤਾਂ ਨਾਲ ਤੁਸੀਂ ਜਾਂ ਬਚਪਨ ਦੀਆਂ ਯਾਦਾਂ, ਉਹ ਤੁਹਾਨੂੰ ਜਿਹੜੇ ਉਸ ਸਮੇਂ ਦਾ 15 ਮਿੰਟ ਦਾ ਵੀ ਤੁਹਾਨੂੰ ਰੀਚਾਰਜ ਕਰ ਦਿੰਦੀਆਂ ਨੇ। ਉਹ ਤੁਹਾਡੀ ਕਾਫੀ ਹੱਦ ਤੱਕ ਈਵਨ ਦੇਖਣ 'ਚ ਆਇਆ ਕਿ ਜਿਹੜੇ ਸੁਇਸਾਈਡਲ ਟੈਂਡੈਂਸੀਜ਼ ਵੱਲ ਜਿਨ੍ਹਾਂ ਦੀ ਤੁਹਾਨੂੰ ਲੱਗਦਾ ਹੋਏ ਵੀ ਕੀ ਕਰਨਾ ਜੀ ਕੇ ਇਹਦੇ 'ਚ ਪਿਆ ਹੀ ਕੀ ਹੈ, ਵਰਗਿਆਂ ਨੂੰ ਵੀ ਵਾਪਸ ਲਾਈਫ 'ਚ ਲਿਆਉਣ ਲਈ ਇਸੇ ਤਰ੍ਹਾਂ ਪੁਰਾਣੀਆਂ ਫੋਟੋਗ੍ਰਾਫਸ, ਪੁਰਾਣੀਆਂ ਯਾਦਾਂ। ਪਰ ਉਹਨਾਂ 'ਚ ਇੱਕ ਖਾਸ ਗੱਲ ਤੁਹਾਨੂੰ ਦੱਸਦੇ ਹਾਂ, ਨਿੱਕੀ ਜਿਹੀ ਕਹਾਣੀ ਹੈ ਜਿਹਦੇ 'ਚ ਬੜਾ ਡੂੰਘਾ ਅਸਰ ਹੈ ਕਿ ਦੋ ਦੋਸਤ ਜਾ ਰਹੇ ਸਨ। ਇੱਕ ਦੋਸਤ ਨੇ ਧੱਕਾ ਦਿੱਤਾ ਤੇ ਉਹਨੇ ਦੂਜੇ ਨੇ ਰੇਤ ਦੇ ਉੱਤੇ ਲਿਖ ਦਿੱਤਾ, ਇਹਨੇ ਮੈਨੂੰ ਧੱਕਾ ਦਿੱਤਾ। ਤੇ ਥੋੜਾ ਅਗਾਂਹ ਆਇਆ, ਫਿਸਲਦਾ ਪਿਆ ਸੀ ਤੇ ਇੱਕਦਮ ਉਹਦੇ ਦੋਸਤ ਨੇ ਫੜ ਲਿਆ ਤੇ ਉਹਨੇ ਪੱਥਰ ਤੇ ਲਿਖਿਆ, ਇਹਨੇ ਮੈਨੂੰ ਫਿਸਲਦੇ ਨੂੰ ਬਚਾਇਆ। ਹੁਣ ਉਹਨੇ ਪੁੱਛਿਆ ਵੀ ਇਹ ਕੀ ਕੀਤਾ? ਕਹਿੰਦਾ ਇਸ ਕਰਕੇ ਕਿ ਮੈਂ ਮਾੜੀ ਯਾਦ ਰੇਤ ਤੇ ਲਿਖੀ ਹੈ ਵੀ ਮੈਨੂੰ ਯਾਦ ਨਾ ਰਵੇ, ਚੰਗੀ ਯਾਦ ਪੱਥਰ ਤੇ ਲਿਖੀ ਹੈ ਕਿ ਮੈਨੂੰ ਹਮੇਸ਼ਾ ਯਾਦ ਰਵੇ। ਇਨ ਬਿਨ ਇਹੋ ਜ਼ਿੰਦਗੀ ਦਾ ਅਸੂਲ ਹੈ। ਅਸੀਂ ਕਹੀਏ ਵੀ ਸਾਨੂੰ ਜ਼ਿੰਦਗੀ 'ਚ ਹਮੇਸ਼ਾ ਹੀ ਚੰਗੇ ਲੋਕ ਮਿਲਣੇ ਨੇ, ਸੰਭਵ ਨਹੀਂ। ਬਿਲਕੁਲ। ਪਰ ਆਪਣੇ ਦਿਮਾਗ ਨੂੰ ਉਸ ਮਾੜੇ ਬੰਦੇ ਦੀ ਸੋਚ ਦੇ ਨਾਲ ਮਲਣ ਨਾ ਦਿਓ, ਤਾਂ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਹੀ ਨਹੀਂ ਸਕਦੇ। ਤੁਸੀਂ ਅਗਲਾ ਟਿੱਲ ਲਾ ਲੇ ਵੀ ਇਹਨੂੰ ਮੈਂ ਮਾੜੀ ਸ਼ਬਦਾਵਲੀ ਵੀ ਬੋਲ ਲਈ, ਧੱਕੇ ਵੀ ਮਾਰ ਲਏ, ਇਹਨੂੰ ਸਭ ਕੁਝ ਕਰ ਲਿਆ, ਪਰ ਜੇ ਉਹ ਰੇਤ 'ਤੇ ਲਿਖ ਕੇ ਆ ਜਾਓਗੇ, ਦਿਮਾਗ ਵਿੱਚ ਨਹੀਂ ਵਸਣ ਦਿਓਗੇ, ਤੁਸੀਂ ਉਹਨੂੰ ਇੱਕ ਕਰਟਨ ਡਾਊਨ ਅਸੀਂ ਕਹਿੰਦੇ ਹਾਂ ਕਿ ਤੁਹਾਡਾ ਦਿਮਾਗ ਉਸ ਚੀਜ਼ ਨੂੰ ਕਰਟਨ ਡਾਊਨ ਕਰਕੇ ਪਰਾਂ ਕਰ ਦਿੰਦਾ। ਇਹ ਤਾਂ ਯਾਦ ਰੱਖਣ ਦੀ ਲੋੜ ਨਹੀਂ, ਕਿਉਂਕਿ ਸਾਡਾ ਬ੍ਰੇਨ ਵੀ ਵੱਖੋ ਵੱਖਰੀਆਂ ਯਾਦਾਂ ਸਮਾਉਂਦਾ। ਕੁਝ ਪੱਕੀਆਂ ਯਾਦਾਂ 'ਚ ਛਪਦੀਆਂ ਨੇ, ਕੁਝ ਕੱਚੀਆਂ ਹੁੰਦੀਆਂ ਨੇ। ਸੋ ਉਹ ਕੱਚੀ ਯਾਦ ਵਿੱਚ ਜੇ ਛਪਣ ਦਾ ਸਮਾਂ ਤਾਂ ਹੀ ਹੈ ਜੇ ਛੇਤੀ ਦਿਮਾਗ 'ਚੋਂ ਗੱਲ ਨੂੰ ਬਾਹਰ ਕੱਢ ਦਿਓ। ਪਰ ਉਹਦੇ ਨਾਲੋਂ ਨਾਲ ਕੁਝ ਚੰਗੀ ਘਟਨਾ ਵਾਪਰੀ ਤੁਸੀਂ ਦੇਖਦੇ ਹੋਵੋਗੇ, ਉਹਨੂੰ ਪੱਕੀ ਥਾਂ ਦੇ ਦਿਓ, ਤਾਂ ਤੁਸੀਂ ਡਿਪਰੈਸ਼ਨ ਨੇੜੇ ਤੇੜੇ ਆ ਨਹੀਂ ਸਕਦੀ, ਹੋ ਹੀ ਨਹੀਂ ਸਕਦੀ, ਕਿਉਂਕਿ ਤੁਸੀਂ ਮਾੜੀ ਗੱਲ ਕੱਢ ਦਿੱਤੀ। ਸੋ ਇਹ ਇੱਕ ਤਾਂ ਢੰਗ ਹੈ ਕਿ ਪੁਰਾਣੀਆਂ ਯਾਦਾਂ ਜਦੋਂ ਤੁਸੀਂ ਫਰੋਲਣੀਆਂ ਨੇ, ਉਸ 'ਚ ਉਹ ਚਿੱਤਰ ਜਿਨ੍ਹਾਂ 'ਚ ਤੁਹਾਨੂੰ ਦਿਸੇ ਕਿ ਆਹ ਇੱਕ ਇਰੀਟੇਟਿੰਗ ਪਰਸਨੈਲਿਟੀ ਜਿਹਨੂੰ ਦੇਖ ਕੇ ਮੈਨੂੰ ਖਿੱਝ ਚੜ੍ਹਦੀ ਹੈ ਕੁਛ, ਉਹਦੀ ਫੋਟੋ ਪੁੱਠੀ ਲਾ ਲਓ ਜਾਂ ਕੱਢ ਕੇ ਰੱਖ ਦਿਓ, ਯਾਨੀ ਜਾਂ ਜੇ ਟੈਲੀਫੋਨ 'ਚ ਹੈ ਤਾਂ ਡਿਲੀਟ ਮਾਰ ਦਿਓ, ਉਹ ਰੱਖਣ ਦੀ ਲੋੜ ਨਹੀਂ, ਕਿਉਂਕਿ ਉਹ ਸਿਰਫ ਸਟ੍ਰੈਸ ਦੇ ਰਹੀ ਹੈ। ਸੋ ਮੈਮ ਐਕਸਰਸਾਈਜ਼ ਦੀ ਤੁਸੀਂ ਗੱਲਬਾਤ ਕੀਤੀ, ਹੋਰ ਗੱਲਾਂ ਦੱਸ ਰਹੇ ਹੋ ਕਿ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ, ਤਾਂ ਕੀ ਲੱਗਦਾ ਮੈਮ ਕਈ ਵਾਰੀ ਜੇ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਇਹ ਬੰਦੇ ਨੂੰ ਡਿਪਰੈਸ਼ਨ ਹੈ, ਆਪਾਂ ਕਹਿੰਦੇ ਯਾਰ ਇਹ ਤਾਂ ਐਵੇਂ ਦਾ ਹੀ ਹੈ, ਇਹ ਨਹੀਂ ਬਦਲਣਾ, ਇਹ ਤਾਂ ਇੱਦਾਂ ਹੀ ਰਹਿਣਾ, ਤਾਂ ਉਸ ਵੇਲੇ ਕਿਵੇਂ ਕਿਸੇ ਨੂੰ ਬੂਸਟ ਕੀਤਾ ਜਾ ਸਕਦਾ? ਕਿਉਂਕਿ ਆਪਣੇ ਦੋਸਤ ਮਿੱਤਰ, ਆਪਣੇ ਕੁਲੀਗਸ, ਇਹ ਦਾ ਕੁਝ ਹੁੰਦਾ ਹੈਗਾ, ਤਾਂ ਕਿਸ ਤਰੀਕੇ ਨਾਲ ਉਹਨੂੰ ਭਰੋਸੇ ਦੇ ਵਿੱਚ ਲੈ ਕੇ ਉਹਨੂੰ ਇਸ ਚੀਜ਼ ਤੋਂ ਬਾਹਰ ਕੱਢਿਆ ਜਾ ਸਕਦਾ? ਦੇਖੋ, ਇਨਸਟੈਂਟ ਠੀਕ ਕਰਨ ਲਈ ਤਾਂ ਖਿੜਖਿੜਾ ਕੇ ਹੱਸਣ ਦੀ ਲੋੜ ਹੁੰਦੀ ਹੈ, ਪਰ ਇਹ ਦੇਖਣ ਵਿੱਚ ਆਇਆ ਕਿ ਜਿਹੜਾ ਇਸ ਤਰ੍ਹਾਂ ਤੁਸੀਂ 4-5 ਦਿਨ ਤੋਂ ਦੇਖ ਰਹੇ ਹੋ ਵੀ ਇਸ ਤਰ੍ਹਾਂ ਟਾਈਮ ਦੀ ਕਲਾ ਜਾ ਰਿਹਾ, ਉਹਨਾਂ ਲਈ ਸਟਰੋਂਗ ਐਕਸਰਸਾਈਜ਼ ਜਿਹਦੇ ਵਿੱਚ ਤੁਸੀਂ ਰਨਿੰਗ, ਸਵਿਮਿੰਗ, ਸਾਈਕਲਿੰਗ, ਜੋਗਿੰਗ, ਰੱਸੀ ਟੱਪਣਾ ਜਾਂ ਪੌੜੀਆਂ ਤੇਜ਼ੀ ਨਾਲ ਚੜ੍ਹਨੀਆਂ ਉਤਰਨੀਆਂ, ਇਹ ਯਾਨੀ ਉਹ ਐਕਸਰਸਾਈਜ਼ ਜਿਸ 'ਚ ਤੁਹਾਡੇ ਦਿਲ ਨੂੰ ਪੰਪ ਕਰਨਾ ਤਗੜਾ ਪੈ ਰਿਹਾ, ਪੱਠੇ ਚੰਗੀ ਤਰ੍ਹਾਂ ਹਿੱਲ ਰਹੇ ਨੇ, ਇਹ ਕਸਰਤ ਤੁਹਾਨੂੰ ਇਮੀਡੀਏਟਲੀ ਤੁਹਾਡੇ ਅੰਦਰ ਅਜਿਹੇ ਰਸ ਪੈਦਾ ਕਰ ਦਿੰਦੀ ਹੈ ਸਰੀਰ 'ਚ, ਜਿਹੜਾ ਤੁਹਾਨੂੰ ਇਲੇਟ ਕਰ ਦਿੰਦਾ ਹੈ, ਤੁਹਾਨੂੰ ਪੋਜ਼ਿਟਿਵਿਟੀ ਵੱਲ ਲੈ ਜਾਂਦਾ, ਤੁਸੀਂ ਬੈਟਰ ਫੀਲ ਕਰਨ ਲੱਗ ਜਾਂਦੇ ਹੋ। ਸੋ ਭਾਵੇਂ ਉਹਦੇ 'ਚ ਤੁਸੀਂ ਕੋਈ ਗੇਮ ਤਗੜੀ ਹਾਕੀ ਖੇਡ ਲਓ, ਫੁੱਟਬਾਲ ਖੇਡ ਲਓ, ਯਾਨੀ ਉਹ ਤਰ੍ਹਾਂ ਦੀ ਸਪੋਰਟਸ ਜਿਹਦੇ ਵਿੱਚ ਤੁਸੀਂ ਯਾਨੀ ਕੈਰਮ ਬੋਰਡ ਨਹੀਂ ਨਾ ਟਹਿਲਦੇ, ਮੇਰੀ ਸੱਸ ਤੇ ਮੇਰੀ ਨੂੰਹ ਮਾੜੀ ਹੋਣੇ। ਸੋ ਮਤਲਬ ਕਿ ਤੁਸੀਂ ਜਿਵੇਂ ਸੈਰ ਕਰਨ ਤੁਸੀਂ ਨਿਕਲੇ ਹੋ, ਯਾਰ ਮੇਰਾ ਬੌਸ ਤਾਂ ਬਹੁਤ ਹੀ ਕੱਬਾ ਹੈ, ਉਹ ਚੀਜ਼ ਨਹੀਂ ਹੋਣੀ ਚਾਹੀਦੀ, ਜਿਸ 'ਚ ਪੋਜ਼ਿਟਿਵਿਟੀ ਭਰਪੂਰ। ਤਾਂ ਹੀ ਮੈਂ ਕਿਹਾ ਉਹ ਐਕਸਰਸਾਈਜ਼ ਜਿਸ 'ਚ ਦਿਮਾਗ ਸੋਚਣ ਦਾ ਸਮਾਂ ਨਹੀਂ ਉਹਦੇ ਕੋਲ ਹੈ, ਉਹ ਤਾਂ ਭੱਜ ਰਿਹਾ, ਪੱਠਿਆਂ ਨੂੰ ਖੂਨ ਦੇਣਾ, ਉੱਧਰ ਕਰਨਾ, ਸੋ ਉਹ ਤੁਹਾਡੀਆਂ ਉਹ ਚੀਜ਼ਾਂ ਮਨਫੀ ਕਰ ਦਿੰਦਾ। ਤੁਸੀਂ ਇਨਸਟੈਂਟ ਤੁਹਾਨੂੰ ਲੱਗਦਾ ਵੀ ਮੈਂ ਫਰਕ ਮੈਨੂੰ ਮਹਿਸੂਸ ਹੋ ਗਿਆ, ਡਿਪਰੈਸ਼ਨ 'ਚੋਂ ਬਾਹਰ ਨਿਕਲ ਸਕਦੇ ਹੋ। ਜਿਹੜੀ ਵੀ ਚੀਜ਼ ਸੁਣਨ ਨੂੰ ਚੰਗੀ ਲੱਗੇ, ਉਹ ਚਾਹੇ ਗੁਰਬਾਣੀ ਹੈ, ਚਾਹੇ ਕੋਈ ਗੀਤ ਹੈ, ਕੋਈ ਸ਼ਬਦ ਹੈ, ਚਾਹੇ ਕੋਈ ਕਹਾਣੀ ਹੈ, ਤਾਂ ਲੱਗਦਾ ਕਿ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਬੰਦੇ ਨੂੰ ਬਾਹਰ ਕੱਢਦੀਆਂ ਨੇ ਡਿਪਰੈਸ਼ਨ 'ਚੋਂ। ਜੀ ਬਿਲਕੁਲ, ਪਰ ਜਦੋਂ ਐਕਿਊਟ ਸਟੇਜ 'ਤੇ ਹੋਵੇ ਤਾਂ ਉਦੋਂ ਸਾਡਾ ਮਨ ਸੁਣਨ ਤੋਂ ਇਨਕਾਰੀ ਹੋਇਆ ਹੁੰਦਾ,
ਕਿ ਮੇਰੇ ਨਾਲ ਨੇ ਮਾੜਾ ਬੋਲਿਆ ਸੀ, ਨਹੀਂ ਨਹੀਂ ਮੈਂ ਤੈਨੂੰ ਕਹਾਣੀ ਸੁਣਾਉਣਾ, ਕਹਿੰਦਾ ਜਾ ਯਾਰ ਪਰਾਂ ਹੋ, ਤੂੰ ਕੀ ਐਵੇਂ ਕਹਾਣੀ ਨੂੰ ਟਾਈਮ ਨਾ ਖਰਾਬ ਕਰ। ਉਹ ਸਮਾਂ ਤੁਹਾਨੂੰ ਇਨਸਟੈਂਟ ਨਹੀਂ ਇਸ ਤਰ੍ਹਾਂ ਸੁਣਨ ਤੇ ਤੁਹਾਡਾ ਦਿਲ ਨਹੀਂ ਕਰਦਾ ਹੁੰਦਾ। ਉਹਨਾਂ ਸਮਿਆਂ ਵਿੱਚ ਜਿਵੇਂ ਤੁਸੀਂ ਹਲਕੀ ਮਸਾਜ ਕਰਵਾ ਲਵੋ, ਸਿਰ ਚੱਸ ਲਵੋ, ਜਾਂ ਤੁਸੀਂ ਮਧੁਰ ਸੰਗੀਤ ਉਸ ਸਮੇਂ ਸੁਣ ਲਓ, ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਨਸਟੈਂਟ ਐਕਸਰਸਾਈਜ਼ ਕਰਕੇ ਆਓ, ਜਾਂ ਦੋਸਤ ਮਿੱਤਰ ਨਾਲ ਹੱਸਣਾ ਖਿੜਖਿੜਾਉਣਾ ਤੁਹਾਨੂੰ ਮਤਲਬ ਉਹ ਇੰਨੀ ਕੁਇਕ ਰਿਸਪੌਂਸ ਹੈ ਜਿਹੜੀ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਉਸ ਸਮੇਂ ਕਈ ਵਾਰ ਹੁੰਦਾ ਹੈ ਜਦੋਂ ਤੁਸੀਂ ਕਰੋ ਜਾਂ ਮਰੋ ਵਾਲੀ ਸਿਚੁਏਸ਼ਨ ਆਈ ਹੁੰਦੀ ਹੈ ਜੀ, ਕਿ ਬੰਦਾ ਉੱਥੇ ਖੜਾ ਹੈ ਦਰਿਆ ਦੇ ਕੰਢੇ ਤੇ, ਮੈਂ ਤਾਂ ਛਾਲ ਮਾਰਨ ਲੱਗਾ, ਉਦੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚੀਜ਼ ਨਹੀਂ ਸੁਣਨ ਨੂੰ ਤਿਆਰ, ਨਾ ਉਹਨੂੰ ਕਿਸੇ ਤਰ੍ਹਾਂ ਦਾ ਤੇਰਾ ਬੱਚਾ ਇਹ ਹੈ ਤੇਰਾ ਹੈ, ਉਹ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਹੁੰਦੀ। ਉਦੋਂ ਉਹਨੂੰ ਟਰੀਟਮੈਂਟ ਦੀ ਲੋੜ ਹੈ ਕਿ ਉਹ ਸਟੈਪ ਟਪਾ ਦੇਣਾ, ਯਾਨੀ ਉਹਦਾ ਸਡਨ ਧਿਆਨ ਡਾਇਵਰਟ ਕਰਨਾ, ਕਿਉਂ ਦੇਖੀ ਉਹ ਕੀ ਉਹਨੂੰ ਹੋ ਗਿਆ ਜਾਂ ਕੀ, ਯਾਨੀ ਜਿਸ ਚੀਜ਼ ਨੂੰ ਉਹ ਸੁਣਨ ਨੂੰ ਇਨਕਾਰੀ ਉਹ ਚੀਜ਼ ਨਹੀਂ, ਪਰ ਉਹਨੂੰ ਇੱਕ ਪਲ ਦਾ ਇੱਧਰ ਜਾਂ ਉੱਧਰ ਇਸ ਤਰ੍ਹਾਂ ਦੇਖਣ ਦਾ ਉਹਨੂੰ ਹੋ ਗਿਆ ਵੀ ਕੀ ਹੋ ਗਿਆ, ਕਿਸੇ ਪਾਸੇ ਕੀ ਚੱਲ ਰਿਹਾ, ਤਾਂ ਉਨੀ ਦੇਰ 'ਚ ਇੱਕ ਤਾਂ ਉਹਨੂੰ ਬਚਾਇਆ ਜਾ ਸਕਦਾ ਵੀ ਉਹਨੂੰ ਰੋਕ ਲਿਆ ਜਾਵੇ। ਤਾਂ ਫਿਰ ਤੁਹਾਡੇ ਕੋਲ ਬਹੁਤ ਸਾਰੀਆਂ ਨੇ ਟਰੀਟਮੈਂਟਸ ਜਿਹਦੇ 'ਚ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ, ਠੀਕ ਕਰ ਸਕਦੇ ਹੋ। ਪਰ ਉਸ ਤੋਂ ਪਹਿਲਾਂ ਗੱਲ ਹੈ ਕਿ ਜਦੋਂ ਉਹ ਸਟੇਜ ਤੱਕ ਪਹੁੰਚਿਆ ਅਸੀਂ ਕਿਉਂ ਨਹੀਂ ਲੱਭ ਸਕੇ ਡਿਪਰੈਸ਼ਨ ਜੀ। ਹੁਣ ਮਿਸਾਲ ਵਜੋਂ ਘਰ ਆ ਕੇ ਕੋਈ ਹਸਬੈਂਡ ਕਹਿ ਰਿਹਾ ਸੁੱਟਿਆ ਇੱਦਾਂ ਆਪਣਾ ਬੈਗ ਤੇ ਕੁਛ ਨਹੀਂ, ਦਿਲ ਨਹੀਂ ਕਰਦਾ ਜਾਣ ਨੂੰ, ਮੇਰੇ ਕੋਲੀਗਸ ਜਿਹੜੇ ਨੇ ਮੈਨੂੰ ਬੋਲਦੇ ਨੇ, ਜਾਂ ਮੇਰਾ ਬੌਸ ਬੋਲਦਾ, ਜਾਂ ਮੈਂ ਪਤਾ ਨਹੀਂ ਕੰਮ ਕਰ ਹੀ ਨਹੀਂ ਸਕ ਰਿਹਾ, ਇਹ ਲੱਛਣ ਨੇ ਜਿੱਥੇ ਪਛਾਣ ਕੇ ਟਰੀਟਮੈਂਟ ਦੀ ਲੋੜ ਹੈ। ਡਾਕਟਰ ਕੋਲ ਜਾਓ, ਸਾਈਕੋਥੈਰੇਪੀ ਲਓ, ਉਹ ਤੁਹਾਨੂੰ ਬੈਟਰ ਫੀਲ ਕਰਵਾ ਦੇਗਾ। ਜੇ ਉਸ ਸਟੇਜ ਨੂੰ ਲੰਘ ਜਾਣ ਦਿਓਗੇ ਤਾਂ ਬਿਮਾਰੀ ਬਣੇਗੀ, ਜਿਹਨੂੰ ਮੈਡੀਕਲ ਟਰੀਟਮੈਂਟ ਫਿਰ ਮੁੜ ਕੇ ਦਵਾਈਆਂ ਲੰਬੇ ਸਮੇਂ ਤੱਕ ਖਾਣੀਆਂ ਪੈਣਗੀਆਂ। ਸੋ ਮੈਮ ਤੁਸੀਂ ਇਹ ਗੱਲਾਂ ਬਾਤਾਂ ਕੀਤੀਆਂ, ਤੁਹਾਨੂੰ ਲੱਗਦਾ ਹੈਗਾ ਵੀ ਜਿਸ ਤਰੀਕੇ ਨਾਲ ਤੁਸੀਂ ਸ਼ੁਰੂ ਦੇ ਵਿੱਚ ਇੱਕ ਪਹਿਲੂ ਨੂੰ ਛੂਇਆ ਸੀ ਕਿ ਨੀਂਦ ਨਹੀਂ ਆਉਂਦੀ ਜਦੋਂ ਡਿਪਰੈਸ਼ਨ ਦੇ ਵਿੱਚ ਹੋਊਗਾ, ਤਾਂ ਕਿਵੇਂ ਕੀਤਾ ਜਾ ਸਕਦਾ? ਕੋਈ ਦਵਾਈ ਖਾਣੀ ਚਾਹੀਦੀ ਹੈ, ਜਾਂ ਫਿਰ ਤੁਹਾਨੂੰ ਲੱਗਦਾ ਕਿ ਘਰੇ ਬਹਿ ਕੇ ਕੋਈ ਇਹੋ ਜਿਹੀ ਐਕਸਰਸਾਈਜ਼, ਕੋਈ ਇਹੋ ਜਿਹੇ ਕੀਤਾ ਜਾ ਸਕਦਾ ਹੈਗਾ ਵੀ ਜਿਹਦੇ ਨਾਲ ਨੀਂਦ ਵਗੈਰਾ ਆ ਸਕਦੀ ਹੈ? ਕਿਉਂਕਿ ਇਸ ਦੇ ਵਿੱਚ ਡਿਪਰੈਸ਼ਨ ਦੇ ਵਿੱਚ ਨੀਂਦ ਬਹੁਤ ਜ਼ਰੂਰੀ ਹੁੰਦੀ ਹੈ। ਬੜਾ ਕਮਾਲ ਦਾ ਸਵਾਲ ਪੁੱਛਿਆ। ਦਰਅਸਲ ਹੁੰਦਾ ਇਹ ਹੈ ਕਿ ਜਦੋਂ ਨੀਂਦਰ ਨਹੀਂ ਆਉਂਦੀ ਅਸੀਂ ਭੱਜ ਕੇ ਗੋਲੀਆਂ ਖਾਣ ਨੂੰ ਫਿਰਦੇ ਹਾਂ ਕਿ ਗੋਲੀ ਲੈ ਲਈਏ ਨੀਂਦਰ ਆ ਜਾਏ, ਫਿਰ ਅਸੀਂ ਸ਼ਰਾਬ ਵੀ ਪੀਂਦੇ ਹਾਂ, ਫਿਰ ਅਸੀਂ ਨਸ਼ਾ ਵੀ ਕਈ ਕਰਨ ਲੱਗ ਜਾਂਦੇ ਨੇ। ਉਹ ਸਗੋਂ ਪੁੱਠਾ ਅਸਰ ਵਿਖਾਉਂਦਾ ਕਿ ਉਸ ਦਿਨ ਨੀਂਦ ਆ ਗਈ, ਅਗਲੇ ਦਿਨ ਤੁਹਾਨੂੰ ਵਿੱਚ ਜਿਵੇਂ ਨੀਂਦਰ ਪੂਰੀ ਨਾ ਆਈ ਹੋਵੇ ਤੇ ਤੁਸੀਂ ਅੱਧੀ ਸੁਸਤੀ ਜੀ ਰਹਿੰਦੀ ਹੋਵੇ, ਫਿਰ ਦੁਪਹਿਰੇ ਵੀ ਨੀਂਦ ਆ ਗਈ, ਫਿਰ ਰਾਤ ਫਿਰ ਨਹੀਂ ਆਉਂਦੀ, ਫਿਰ ਤੁਸੀਂ ਹੋਰ ਲੈਂਦੇ ਹੋ ਨੀਂਦ ਦੀ ਗੋਲੀ। ਸੋ ਸਰਕਲ ਹੀ ਖਰਾਬ ਹੋ ਜਾਂਦਾ ਹੈ, ਬਲਕਿ ਸਾਨੂੰ ਆਦੀ ਬਣਾ ਦਿੰਦਾ ਨਸ਼ੇ ਦਾ। ਸੋ ਇਹ ਨੀਂਦ ਦੀਆਂ ਗੋਲੀਆਂ ਜਾਂ ਸ਼ਰਾਬ ਜਾਂ ਨਸ਼ਾ ਸਗੋਂ ਜ਼ਿਆਦਾ ਡਿਪਰੈਸ਼ਨ ਵੱਲ ਤੱਕਦਾ, ਇਹਨੂੰ ਨਹੀਂ ਲੈਣਾ ਚਾਹੀਦਾ। ਤਾਂ ਫਿਰ ਨੀਂਦਰ ਕਿਵੇਂ ਲਈਏ? ਸੋ ਮਤਲਬ ਇਹ ਕਿ ਸੌਣ ਲੱਗਿਆਂ ਰਾਤ ਨੂੰ ਤੁਸੀਂ ਅੱਛਾ ਕੋਈ ਨਾਵਲ ਆਪਣੀ ਮਰਜ਼ੀ ਦਾ ਪੜ੍ਹ ਸਕਦੇ ਹੋ, ਭੜਕਾਊ ਗੀਤ ਨਾ ਸੁਣੋ, ਇਸੇ ਤਰ੍ਹਾਂ ਖਬਰਾਂ ਕੋਈ ਮੌਤ ਦੀਆਂ ਜਾਂ ਇੱਦਾਂ ਦੀਆਂ ਨਾ ਸੁਣੋ। ਜਿਵੇਂ ਕਰੋਨਾ ਦੌਰਾਨ ਜੋ ਹਾਲ ਕਰਤਾ ਸੀ ਲੋਕਾਂ ਦਾ, ਇੰਨੇ ਮਰ ਗਏ ਇਹ ਮਰ ਗਏ, ਉਹ ਨਹੀਂ ਸੁਣਨਾ। ਸੌਣ ਤੋਂ 2 ਘੰਟੇ ਪਹਿਲਾਂ ਦਾ ਸਮਾਂ ਬੜਾ ਵਧੀਆ ਹੋਣਾ ਚਾਹੀਦਾ, ਜਿਸ 'ਚ ਸਾਰਾ ਭਾਵੇਂ ਫੈਮਿਲੀ ਪੂਰੀ ਇਕੱਠੀ ਹੈ, ਖਾਣਾ ਇਕੱਠਾ ਬਣਾ ਰਹੇ ਹੋ, ਖਾ ਰਹੇ ਹੋ, ਇੰਜੋਏ ਕਰ ਰਹੇ ਹੋ, ਕੋਈ ਚੁਟਕਲੇ ਸੁਣਾ ਲਓ, ਕੋਈ ਪ੍ਰੋਗਰਾਮ ਹਾਸੇ ਦਾ ਦੇਖ ਲਓ। ਸੋ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜੇ ਤੁਸੀਂ ਜਿਵੇਂ ਤੁਸੀਂ ਸੌਣ ਦਾ ਟਾਈਮ ਫਰਜ਼ ਕਰੋ 10 ਵਜੇ ਹੈ, 9:30 ਲਾਈਟ ਮੱਧਮ ਕਰ ਦਿਓ, ਤੁਸੀਂ ਮਿਊਜ਼ਿਕ ਸੁਣ ਸਕਦੇ ਹੋ, ਮਸਾਜ ਕਰ ਸਕਦੇ ਹੋ, ਕੋਸੇ ਪਾਣੀ ਨਾਲ ਨਹਾ ਕੇ ਸੌਂ ਸਕਦੇ ਹੋ। ਸੋ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਅੱਛੀ ਨੀਂਦਰ ਦੇ ਦਿੰਦੀਆਂ ਅਤੇ ਉਹ ਟੈਨਸ਼ਨ ਤੁਸੀਂ ਛੱਡ ਸਕਦੇ ਹੋ। ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਡਾਈਟ ਰਾਤ ਵਾਲੀ ਜਦੋਂ ਤੁਹਾਨੂੰ ਨੀਂਦਰ ਨਹੀਂ ਆ ਰਹੀ ਤਾਂ ਤਲੀਆਂ ਚੀਜ਼ਾਂ, ਫਰਾਈਡ, ਯਾਨੀ ਉਹ ਹੈਵੀ ਮੀਲਸ ਤੁਹਾਨੂੰ ਸਗੋਂ ਖਰਾਬ ਕਰਦੇ ਨੇ। ਉਹਦੀ ਜਗ੍ਹਾ 'ਤੇ ਤੁਸੀਂ ਸੈਲਡਸ ਲੈ ਲਓ, ਫਰੂਟਸ ਲੈ ਲਓ, ਲਾਈਟ ਜਿਵੇਂ ਤੁਸੀਂ ਖਾਣਾ ਜਿਹੜਾ ਹੈ ਉਹ ਖਾ ਸਕਦੇ ਹੋ। ਖਾਸ ਤੌਰ 'ਤੇ ਮੈਂ ਦੱਸਦੀ ਹਾਂ ਚਿਕਨ, ਟਰਕੀ ਬੜੇ ਇੰਪੋਰਟੈਂਟ ਨੇ, ਫਿਸ਼ ਜਿਹੜੇ ਨੋਨ ਵੈਜੀਟੇਰੀਅਨ ਲੈ ਰਹੇ ਨੇ। ਇਹਨਾਂ ਵਿੱਚ ਟ੍ਰਿਪਟੋਫੈਨ ਇੱਕ ਅਮਾਈਨੋ ਐਸਿਡ ਹੈ ਬੜਾ, ਜਿਹੜਾ ਸਾਡੀ ਬਾਡੀ ਨਹੀਂ ਬਣਾਉਂਦੀ। ਇਸ ਤੋਂ ਅੱਗੇ ਸਾਡੇ ਸੀਰੋਟੋਨਿਨ ਬਣਦਾ ਜੋ ਸਾਡਾ ਮੂਡ ਐਲੀਵੇਟਰ ਹੈ। ਸੋ ਉਹ ਚੀਜ਼ ਜਿਹੜੀ ਹੈ ਸਾਨੂੰ ਉਹ ਇੱਕ ਤਰੀਕੇ ਇਹ ਖਾਣੇ
ਜਿਹਦੇ 'ਚ ਪ੍ਰੋਟੀਨ ਵੀ ਗਿਆ, ਓਮੇਗਾ 3 ਫੈਟੀ ਐਸਿਡਸ ਵੀ ਗਏ, ਜਾਂ ਤੁਸੀਂ ਨਟਸ ਖਾ ਸਕਦੇ ਹੋ, ਕ੍ਰੈਨਬੈਰੀਜ਼ ਲੈ ਸਕਦੇ ਹੋ, ਬਲੂਬੈਰੀਜ਼ ਲੈ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਰਾਤ ਨੂੰ ਖਾਧੀਆਂ ਤੁਹਾਡੀ ਡਿਪਰੈਸ਼ਨ ਵੀ ਘਟਾਉਂਦੀਆਂ ਨੇ, ਤੁਹਾਨੂੰ ਲੋੜੀਂਦੇ ਜੋ ਖੁਰਾਕ ਰਾਹੀਂ ਤੱਤ ਆ ਉਹ ਵੀ ਮਿਲ ਜਾਂਦੇ ਨੇ, ਜੀ ਤੇ ਮੌਜ ਨਾਲ ਸੌਵੋ ਕਿ ਜਿਹੜੀਆਂ ਚੀਜ਼ਾਂ ਮੈਂ ਅਚੀਵ ਨਹੀਂ ਕਰ ਸਕਿਆ ਮੈਂ ਸੁਪਨੇ 'ਚ ਪੂਰੀਆਂ ਕਰਨੀਆਂ ਨੇ। ਸੋ ਇਹੋ ਜਿਹੀ ਬੜੀ ਪਿਆਰੀ ਜਿਹੀ ਯਾਦ ਲੈ ਕੇ ਸੌਂ ਸਕਦੇ ਹੋ, ਤੁਹਾਨੂੰ ਬੜਾ ਮਜ਼ਾ ਆਏਗਾ। ਜੀ। ਸੋ ਮੈਮ ਅਗਲਾ ਮੇਰਾ ਸਵਾਲ ਇਹ ਹੈ ਕਿ ਐਕਸਰਸਾਈਜ਼ਿੰਗ ਦਾ ਟਾਈਮ ਕੀ ਹੋਣਾ ਚਾਹੀਦਾ ਗਾ, ਜਾਂ ਯੋਗ ਕਰਨਾ ਹੈ ਤਾਂ ਯੋਗ ਕਿਸ ਤਰੀਕੇ ਨਾਲ ਕੀਤਾ ਜਾ ਸਕਦਾ, ਜਾਂ ਉਹਦੇ ਕੀ ਜ਼ਿੰਦਗੀ ਦੇ ਵਿੱਚ ਡਿਪਰੈਸ਼ਨ ਨੂੰ ਦੂਰ ਕਰਨ ਦੇ ਲਈ ਕਿੰਨਾ ਕੁ ਅਹਿਮ ਰੋਲ ਹੈ? ਦੇਖੋ, ਅਸੀਂ ਜੋ ਗਿਣਦੇ ਹਾਂ ਕਿ ਐਕਟਿਵ ਐਕਸਰਸਾਈਜ਼ ਮਿਨੀਮਮ 40 ਮਿੰਟਸ ਰੋਜ਼ ਦੇ ਹੋਣੇ ਚਾਹੀਦੇ ਨੇ। ਸੋ ਉਹ 40 ਮਿੰਟ ਰੋਜ਼ਾਨਾ, ਤੇ ਹਫਤੇ ਵਿੱਚ ਘੱਟੋ ਘੱਟ 5 ਦਿਨ, ਘੱਟੋ ਘੱਟ। ਤੁਸੀਂ 7 ਦਿਨ ਕਰਨਾ ਚਾਹੁੰਦੇ ਹੋ ਬਹੁਤ ਵਧੀਆ, ਪਰ 5 ਦਿਨ ਤੋਂ ਘੱਟ ਕਿਸੇ ਹਾਲ 'ਚ ਨਹੀਂ। ਸੋ ਉਹਦੇ ਨਾਲ ਅਸੀਂ ਗਿਣਦੇ ਹਾਂ ਕਿ ਇੱਕ ਤਗੜੀ ਕਸਰਤ ਜਿਹੜੀ ਤੁਹਾਨੂੰ ਉਹ 40 ਮਿੰਟ, ਪਰ ਤੁਹਾਡੀ ਤਗੜੀ ਕਸਰਤ ਨੂੰ ਅਸੀਂ ਗਿਣਦੇ ਹਾਂ। ਟਹਿਲਣਾ ਜਦੋਂ ਹੈ ਰਾਤ ਦੇ ਖਾਣੇ ਤੋਂ ਬਾਅਦ, ਤੁਸੀਂ 10 ਮਿੰਟ ਆਰਾਮ ਨਾਲ ਟਹਿਲਦੇ, ਇੰਜੋਏ ਕਰੋ ਨੇਚਰ, ਤੁਸੀਂ ਜੋ ਮਰਜ਼ੀ ਜਿਵੇਂ, ਉਹ ਤੁਹਾਡਾ ਰਾਤ ਦਾ ਹੋ ਸਕਦਾ। ਕੁਝ ਲੋਕ ਸਵੇਰੇ ਨਹੀਂ ਕਰ ਸਕਦੇ ਕਸਰਤ, ਸ਼ਾਮ ਨੂੰ ਕਰਨਾ ਚਾਹੁੰਦੇ ਨੇ, ਤਾਂ ਖਿਆਲ ਰਹੇ ਕਿ ਨਿਰਣੇ ਪੇਟ ਹੀ ਇਹ ਕਸਰਤ ਚਾਹੀਦੀ, ਯਾਨੀ ਤੁਹਾਡੇ ਖਾਣੇ ਨੂੰ ਵੀ 3-4 ਘੰਟੇ ਹੋ ਚੁੱਕੇ ਹੋਣ ਦੁਪਹਿਰ ਦੇ ਖਾਣੇ ਨੂੰ, ਜਦੋਂ ਤੁਸੀਂ ਇਹ ਰਨਿੰਗ ਜਾਂ ਸਾਈਕਲਿੰਗ ਜਾਂ ਕਰਕੇ ਆਣੀ ਹੈ ਜੀ। ਤੋ ਇਮੀਡੀਏਟਲੀ ਉਸ ਤੋਂ ਬਾਅਦ ਐਕਸਰਸਾਈਜ਼, ਜਿਵੇਂ ਤੁਹਾਨੂੰ ਤਗੜੀ ਪਸੀਨਾ ਆਇਆ, ਕਸਰਤ ਹੈ, ਠੰਡੇ ਪਾਣੀ ਨਾਲ ਨਹੀਂ ਨਹਾਉਣਾ ਚਾਹੀਦਾ। ਕੋਸੇ ਨਾਲ ਜੇ ਤੁਸੀਂ ਨਹਾ ਲਓ ਪਾਣੀ, ਯਾਨੀ ਬਿਲਕੁਲ ਠੰਡਾ ਨਾ ਹੋਵੇ, ਥੋੜ੍ਹਾ ਜਿਹਾ ਠਾਰ ਭੰਨੀ, ਤਾਂ ਉਹ ਤੁਹਾਡੇ ਜਿਹੜੇ ਸਰੀਰ ਦੀ ਟੁੱਟ ਫੁੱਟ, ਜਿੱਥੇ ਬਲੱਡ ਜ਼ਿਆਦਾ ਜਾ ਰਿਹਾ ਤੁਹਾਨੂੰ ਚਾਹੀਦਾ ਸਾਰਾ, ਉਹ ਸਾਡਾ ਬਾਡੀ ਰਿਲੈਕਸ ਹੋ ਜਾਏਗੀ, ਸਹਿਜ ਹੋ ਜਾਂਦੀ ਹੈ, ਤਾਂ ਫਿਰ ਉਹ ਛੇਤੀ ਰਿਕਵਰ ਹੁੰਦੀ ਹੈ। ਕਈ ਵਾਰ ਇੱਕਦਮ ਠੰਡੇ ਨਾਲ ਨਹਾਉਣ ਨਾਲ ਤੁਹਾਡੇ ਜੋੜ ਲੱਗਦਾ ਜੁੜ ਗਏ, ਕਿਉਂਕਿ ਉਹਨਾਂ 'ਚ ਬਲੱਡ ਫਲੋ ਜ਼ਿਆਦਾ ਹੁੰਦਾ, ਉਹ ਸਾਰਾ ਮਸਲ ਰਿਪੇਅਰ ਆਪਣੇ ਆਪ ਨੂੰ ਲੱਗੀ ਹੈ। ਸੋ ਇਹ ਚੀਜ਼ ਦਾ ਖਿਆਲ ਰੱਖਣਾ ਚਾਹੀਦਾ। ਇੱਕਦਮ ਠੰਡਾ ਪਾਣੀ ਦਿਲ ਤਾਂ ਕਰਦਾ ਹੈ ਕਿ ਜਿਵੇਂ ਮੈਂ ਗਲਤੀ ਹੁਣੇ ਕੀਤੀ ਹੈ, ਸਾਈਕਲਿੰਗ ਕਰਕੇ ਆਈ ਸੀ, ਤੇ ਉਹ ਪਾਣੀ ਜਦੋਂ ਠੰਡਾ ਲੈਂਦੇ ਹੋ, ਭਾਵੇਂ ਦਿਲ ਬਹੁਤ ਕਰਦਾ ਹੁੰਦਾ, ਗਰਮੀ ਬਹੁਤ ਹੈ, ਪਰ ਉਹ ਤੁਹਾਨੂੰ ਇਮੀਡੀਏਟਲੀ ਖਰਾਬ ਕਰਦਾ। ਸੋ ਜੇ ਤੁਸੀਂ ਪਹਿਲਾ ਗਿਲਾਸ ਥੋੜ੍ਹਾ ਜਿਹਾ ਨੋਰਮਲ ਪਾਣੀ ਲੈ ਲਵੋ, ਤਾਂ ਉਹ ਤੁਹਾਡੇ ਅੰਦਰ ਵੀ, ਕਿਉਂਕਿ ਸਾਰੀ ਬਾਡੀ ਉਸ ਵੇਲੇ ਗਰਮ ਹੋਈ ਹੁੰਦੀ ਹੈ, ਤਾਂ ਉਹ ਤੁਹਾਡੇ ਠੀਕ ਰਹਿੰਦਾ ਉਸ ਤਰ੍ਹਾਂ ਦਾ ਕੰਮ। ਮੈਮ ਯੋਗ ਦਾ ਕੀ ਇੰਪੋਰਟੈਂਸ ਹੈ? ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦਾ, ਕਿਉਂਕਿ ਅਸੀਂ ਇੱਕ ਤਰੀਕੇ ਧਿਆਨ ਲਾਉਣਾ, ਜਿਹਨੂੰ ਜਾਂ ਸਾਡੇ ਰਿਸ਼ੀ ਮੁਨੀ ਵੀ ਪੁਰਾਣੇ ਸਮਿਆਂ 'ਚ ਕਰਦੇ ਸੀ, ਅਸੀਂ ਗੁਰੂ ਸਾਹਿਬਾਨ ਵੱਲ ਵੀ ਕਹਿੰਦੇ ਹਾਂ, ਧਿਆਨ ਲਾਉਣਾ ਬਹੁਤ ਔਖਾ ਜੇ। ਤੁਸੀਂ ਮੈਂ ਜੇ ਅੱਜ ਸੋਚ ਲਈਏ, ਲਾ ਲਈਏ, ਇੰਪੋਸੀਬਲ ਹੈ, ਕਿਉਂਕਿ ਸਾਡਾ ਮਨ ਭਟਕਦਾ। ਉਹ ਵੀ ਸੀ, ਉਹ ਕੰਮ ਰਹਿ ਗਿਆ, ਉਹ ਫੋਨ ਤਾਂ ਨਹੀਂ ਆ ਗਿਆ ਕਿਸੇ ਦਾ, ਮੈਨੂੰ ਫੇਸਬੁੱਕ 'ਤੇ ਕਿਸੇ ਨੇ ਕੀ ਕਹਿਤਾ, ਯਾਨੀ ਅਸੀਂ ਇੰਨੇ ਭਟਕੇ ਹੋਏ ਹਾਂ ਕਿ ਸਾਡਾ ਧਿਆਨ ਲਾਉਣ ਵਾਲਾ ਸਿਸਟਮ ਵਿਗੜ ਚੁੱਕਿਆ। ਸੋ ਉਹਨੂੰ ਠੀਕ ਕਰਨ ਲਈ ਯੋਗ ਦਾ ਰੋਲ ਇਸ ਤਰ੍ਹਾਂ ਹੈ ਕਿ ਜਿੱਥੇ ਤੁਸੀਂ ਸਾਹ 'ਤੇ ਕੇਂਦਰਿਤ ਹੋਣਾ, ਯਾਨੀ ਇੰਨੀ ਵਾਰ ਲੰਬੇ ਸਾਹ ਖਿੱਚਣਾ, ਇੰਨੀ ਵਾਰ ਕੱਢਣਾ, ਤਾਂ ਤੁਹਾਡਾ ਥੋੜ੍ਹੀ ਦੇਰ ਦਿਮਾਗ ਵੀ ਮੇਰੇ ਫੇਸਬੁੱਕ ਜਾਂ ਟਵਿੱਟਰ ਤੋਂ ਹਟ ਕੇ ਉਹ ਸਾਹ 'ਤੇ ਹੋਏਗਾ, ਕਿੰਨੇ ਖਿੱਚੇ ਅਤੇ ਕਿੰਨੇ ਛੱਡੇ ਮੈਂ ਉਹ ਗਿਣਾ। ਸੋ ਯੋਗ ਦਾ ਰੋਲ ਬਹੁਤ ਹੈ, ਜਿਸ ਵਿੱਚ ਤੁਸੀਂ ਇੱਕ ਤਰੀਕੇ ਆਪਣਾ ਡੀ-ਸਟ੍ਰੈਸ ਕਰ ਰਹੇ ਹੋ ਮਾਈਂਡ ਨੂੰ, ਕਿ ਧਿਆਨ ਲਾ ਰਹੇ ਹੋ ਕਿਸੇ ਹੋਰ ਪਾਸੇ। ਉਸੇ ਤਰ੍ਹਾਂ ਵੀ ਮੈਂ ਹੁਣ ਇਹ ਲੱਤ ਪਿੱਛੋਂ ਦੀ ਉੱਤੇ ਖਿੱਚਣੀ ਹੈ, ਤਾਂ ਤੁਹਾਡਾ ਧਿਆਨ ਉੱਧਰ ਹੀ ਹੋਏਗਾ ਵੀ ਮੇਰਾ ਹੱਥ ਪਹੁੰਚਿਆ ਜਾਂ ਨਹੀਂ। ਸੋ ਯੋਗ ਦਾ ਇਹ ਬੜਾ ਤਗੜਾ ਕੰਮ ਹੈ, ਜਿੱਥੇ ਤੁਹਾਡੀ ਲਚਕ ਬਰਕਰਾਰ ਰਹਿੰਦੀ ਹੈ, ਨਾ ਸਿਰਫ ਸਰੀਰ ਦੀ ਬਲਕਿ ਦਿਮਾਗ ਦੀ ਪਲਾਸਟਿਸਿਟੀ ਜ਼ਿਆਦਾ ਲੋੜ ਹੈ, ਜਿੱਥੇ ਤੁਹਾਡਾ ਉਹ ਚੁਫੇਰਿਓਂ ਤੁਹਾਨੂੰ ਤੰਦਰੁਸਤ ਕਰ ਦਿੰਦਾ। ਸੋ ਮੈਮ ਡਾਈਟ ਦੀ ਫਿਰ ਕਿਵੇਂ ਕਰਨਾ ਚਾਹੀਦਾ? ਡਾਈਟ ਦਾ ਕੀ ਪ੍ਰੋਗਰਾਮ ਹੈ? ਕਿਉਂਕਿ ਡਿਪਰੈਸ਼ਨ ਹੈ, ਤੇ ਡਾਈਟ ਕਿਸ ਤਰੀਕੇ ਦੀ ਲੈਣੀ ਚਾਹੀਦੀ ਹੈ? ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ? ਜੇ ਇਹਦੇ ਬਾਰੇ 2-3 ਮਿੰਟ ਦੇ ਵਿੱਚ। ਹਾਂਜੀ ਬਿਲਕੁਲ। ਦੇਖੋ, ਡਾਈਟ ਦਾ ਜਿਸ 'ਚ ਅਸੀਂ ਪਾਲਕ ਬਹੁਤ ਵਧੀਆ, ਜੇ ਅਸੀਂ ਰੈਗੂਲਰ ਡਾਈਟ ਵਿੱਚ ਰੱਖੀਏ, ਭਾਵੇਂ ਪਾਲਕ ਨੂੰ ਪਕੌੜੇ ਖਾਣੇ ਹੈ, ਕਿ ਉਹਨੂੰ ਫੁਲਕੇ ਦੇ ਵਿੱਚ ਪਾ ਕੇ ਖਾਣਾ, ਕਿ ਵੈਸੇ ਸਾਗ ਖਾਣਾ। ਸੋ ਹਫਤੇ 'ਚ ਕੋਸ਼ਿਸ਼ ਕਰੋ ਕਿ ਮਿਨੀਮਮ 2 ਤੋਂ 3 ਦਿਨ ਜ਼ਰੂਰ ਲਈ ਜਾਵੇ। ਇਸੇ ਤਰ੍ਹਾਂ ਚੁਲਾਈ ਦਾ ਸਾਗ ਬਹੁਤ ਤਗੜਾ ਜੇ, ਉਹ ਵੀ ਭਾਵੇਂ ਤਾਂ ਉਹਦੇ ਵਿੱਚ ਹੀ ਪਾਲਕ ਦੇ ਤੁਸੀਂ ਪਾ ਕੇ ਲੈ ਸਕਦੇ ਹੋ, ਜਾਂ ਤੁਸੀਂ ਆਲਟਰਨੇਟ ਡੇ 'ਤੇ ਜਿਵੇਂ ਚੇਂਜ ਕਰਨਾ ਚਾਹੋ ਇਹ ਲੈ ਸਕਦੇ ਹੋ। ਫਿਰ ਤੁਸੀਂ ਦੂਸਰੀ ਚੀਜ਼ ਹੈ, ਖਾਣੇ ਵਿੱਚ ਰਾਗੀ ਦਾ ਆਟਾ, ਜਿਹੜਾ ਬਹੁਤ ਬਿਹਤਰੀਨ ਹੈ ਤੁਹਾਨੂੰ ਕੈਂਸਰ ਤੋਂ ਬਚਾਉਣ ਲਈ, ਝੁਰੜੀਆਂ ਰੋਕਣ ਲਈ, ਦਿਮਾਗ ਤਰੋ ਤਾਜ਼ਾ ਕਰਨ ਲਈ, ਹੱਡੀਆਂ ਤਗੜੀਆਂ ਕਰਨ ਲਈ, ਐਂਡ ਐਂਟੀ ਡਿਪਰੈਸੈਂਟ ਦਾ ਕਮਾਲ ਦਾ ਜੇ। ਰਾਗੀ ਦਾ ਆਟਾ
ਹਰ ਰੋਜ਼ ਜ਼ਰੂਰ ਕਿਸੇ ਨਾ ਕਿਸੇ, ਭਾਵੇਂ ਦਲੀਆ ਬਣਾ ਕੇ ਖਾਓ, ਪਿੰਨੀ ਬਣਾ ਲਓ, ਭਾਵੇਂ ਉਹਨੂੰ ਫੁਲਕਾ ਬਣਾ ਕੇ ਖਾਣਾ, ਰਾਗੀ ਦਾ ਆਟਾ ਲਾਜ਼ਮੀ ਰੱਖੋ। ਇਸੇ ਤਰ੍ਹਾਂ ਮੱਕੀ ਬਹੁਤ ਬਿਹਤਰੀਨ ਜੇ, ਤੁਸੀਂ ਉਹਨੂੰ ਭਾਵੇਂ ਹੁਣ ਅੰਗਰੇਜ਼ਾਂ ਵਾਂਗ ਕੌਰਨ ਬਣਾ ਕੇ ਖਾਣਾ ਹੈ ਕਿ ਅਸੀਂ ਦੇਸੀ ਛੱਲੀ ਖਾਣੀ ਹੈ, ਤੁਹਾਡੀ ਮਰਜ਼ੀ, ਭਾਵੇਂ ਮੱਕੀ ਦਾ ਆਟਾ ਖਾਣਾ, ਉਹ ਵੀ ਬਹੁਤ ਵਧੀਆ ਜੇ। ਤਾਜ਼ੇ ਫਲ ਜਿਨ੍ਹਾਂ 'ਚ ਬਲੂਬੈਰੀਜ਼, ਕ੍ਰੈਨਬੈਰੀਜ਼, ਅਮਰੂਦ, ਸੇਬ, ਇਹ ਸਾਰੇ ਤੁਹਾਨੂੰ ਪੋਜ਼ਿਟਿਵਿਟੀ ਵੱਲ ਲਿਜਾਂਦੇ ਨੇ, ਖਾ ਲੈਣੇ ਚਾਹੀਦੇ ਨੇ। ਪੁਰਾਣੀ ਕਹਾਵਤ ਹੈ, ਐਨ ਐਪਲ ਅ ਡੇ ਕੀਪਸ ਦੀ ਡਾਕਟਰ ਅਵੇ। ਸੋ ਤੁਸੀਂ ਇਹ ਫਲ ਯਾਨੀ ਰੂਟੀਨ 'ਚ ਰੱਖੋ, ਜ਼ਰੂਰੀ ਨੇ। ਅਤੇ ਖਾਸ ਤੌਰ 'ਤੇ ਜੇ ਮੈਂ ਇੱਕ ਬਹੁਤ ਇੰਪੋਰਟੈਂਟ ਦੱਸਣਾ ਚਾਹੁੰਦੀ ਹਾਂ ਚੀਜ਼, ਜਿੱਥੇ ਕਿ ਸਾਡੇ ਡਰਾਈ ਫਰੂਟਸ ਆਉਂਦੇ ਨੇ ਜੀ, ਸਾਹਮਣੇ ਆ ਜਾਏ ਤਾਂ ਅਸੀਂ ਸ਼ਾਇਦ ਦੇਖਦੇ ਹੀ ਨਹੀਂ ਕਿੰਨੇ ਲੰਘ ਗਏ, ਤੁਰੀ ਜਾਓ ਅਤੇ ਜਿਹੜਾ ਵੀ ਆ ਗਿਆ। ਡਰਾਈ ਫਰੂਟਸ ਖਾਣ ਦਾ ਢੰਗ ਜੇ, ਆਪਣੀ ਮੁੱਠੀ ਖੋਲ੍ਹੋ ਜੀ, ਜਿੰਨੇ ਇਹਦੇ ਵਿੱਚ ਮਿਕਸਡ ਵੈਰਾਈਟੀ ਲੈਣੀ ਜੇ, ਯਾਨੀ ਉਸ 'ਚ ਅਖਰੋਟ ਜ਼ਰੂਰੀ ਜੇ, ਬਦਾਮ ਜ਼ਰੂਰੀ ਜੇ, ਉਹਦੇ ਵਿੱਚ ਤੁਸੀਂ ਸੌਗੀ ਵੀ ਹੋ ਸਕਦੀ ਹੈ, ਯਾਨੀ ਸਾਰੀ ਕਾਜੂ ਵੀ, ਉਹ ਮਿਕਸਡ ਵੈਰਾਈਟੀ ਨੂੰ ਜਦੋਂ ਬੰਦ ਮੁੱਠੀ ਹੋ ਜਾਏ ਉਨੀ ਕੀ ਲੈਣੀ ਜੇ। ਜੀ, ਯਾਨੀ ਤੁਸੀਂ ਅੰਦਾਜ਼ਾ ਲਾ ਲਓ ਵੀ ਤੁਸੀਂ ਕਹਿ ਸਕਦੇ ਹੋ 5-5 ਦਾਣੇ, ਮੁਸ਼ਕਿਲ ਕਿਸੇ ਦੇ 2 ਆਉਣਗੇ, ਕਿਸੇ ਦੇ 4 ਆ ਜਾਣਗੇ। ਇੰਨੇ ਕੁ ਤੁਸੀਂ ਡੇਲੀ ਜੇ ਖਾਓ ਤਾਂ ਬਿਹਤਰੀਨ ਹੈ, ਇਸ ਤੋਂ ਵੱਧ ਨੁਕਸਾਨ ਕਰਦੇ ਨੇ। ਸੋ ਮੈਮ ਬੜਾ ਖਜ਼ਾਨੇ ਭਰਪੂਰ ਤੁਸੀਂ ਗੱਲਾਂ ਬਾਤਾਂ ਕੀਤੀਆਂ, ਤਾਂ ਇੱਦਾਂ ਲੱਗਦਾ ਸੀ ਵੀ ਬਹੁਤ ਜਿੱਦਾਂ ਤੁਹਾਡੇ ਕੋਲ ਖਜ਼ਾਨਾ, ਅਤੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਹਰ ਵਾਰੀ ਆ ਕੇ ਤੁਹਾਡੇ ਤੋਂ ਖਜ਼ਾਨਾ ਥੋੜ੍ਹਾ ਬਹੁਤ ਸਾਡੇ ਜਿਹੜੇ ਪਰਿਵਾਰਕ ਜੀ ਨੇ ਉਹਨਾਂ ਤੱਕ ਜ਼ਰੂਰ ਪਹੁੰਚਾਈਏ। ਕੋਈ ਅਖੀਰ ਦੇ ਵਿੱਚ ਕੋਈ ਗੱਲ ਰਹਿ ਗਈ ਹੋਵੇ ਤੁਸੀਂ ਕਹਿਣਾ ਚਾਹੋ ਤਾਂ ਉਹ ਤੁਸੀਂ ਕਹਿ ਸਕਦੇ ਹੋ। ਹਾਂਜੀ ਜ਼ਰੂਰ, ਮੈਂ ਬੜੀ ਇੰਪੋਰਟੈਂਟ ਚੀਜ਼ ਇੱਕ ਕਰਨਾ ਚਾਹੁੰਦੀ ਹਾਂ, ਜਿਹੜੀ ਕਿ ਸਾਡੇ ਕਹਿ ਲਓ ਕਿ ਗੱਲਾਂ ਤੁਰੀਆਂ ਹੁੰਦੀਆਂ ਨੇ ਪੁਰਾਣੇ ਸਮੇਂ ਤੋਂ, ਭਾਵੇਂ ਉਹ ਗੁਰੂ ਜੀ ਨਾਲ ਜੋੜੀ ਗਈ ਆ ਕੁਛ, ਜੇ ਸਿਰਫ ਅੱਧਾ ਕੁ ਮਿੰਟ ਹੈ ਤਾਂ ਮੈਂ ਦੱਸ ਜੀ, ਬਿਲਕੁਲ ਬਿਲਕੁਲ ਮੈਮ। ਉਹ 'ਚ ਇੱਕ ਸਾਖੀ ਸੁਣਾਉਂਦੇ ਨੇ ਕਿ ਕੋਈ ਆਇਆ, ਕਿੰਨੀ ਕੁ ਸੱਚ ਹੈ ਜਾਂ ਝੂਠ ਹੈ ਮੈਂ ਬਿਲਕੁਲ ਇਸ ਪਾਸੇ ਨਹੀਂ ਪੈਣਾ ਚਾਹੁੰਦੀ, ਬਹੁਤ ਖੂਬਸੂਰਤ ਚੀਜ਼ ਹੈ, ਪਰ ਜੋ ਨਿਚੋੜ ਕੱਢਣਾ ਚਾਹੁੰਦੇ ਹਾਂ ਉਹਦੇ ਵਿੱਚ, ਆਇਆ ਕੋਈ ਬੰਦਾ ਦੁਖੀ ਸੀ, ਕੀ ਕਰਾਂ, ਤਾਂ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਆ ਇੱਕ ਤਖਤੀ ਲਿਖ ਕੇ ਘਰ 'ਚ ਲਾ ਲੈ, ਜਿਹਦੇ ਉੱਤੇ ਇੱਕ ਸ਼ਬਦ ਕੀ ਲਿਖੇ ਸਨ, ਇਹ ਸਮਾਂ ਲੰਘ ਜਾਏਗਾ। ਮੇਰਾ ਖਿਆਲ ਹੈ ਜ਼ਿੰਦਗੀ ਦਾ ਨਿਚੋੜ ਲੁਕਿਆ ਹੋਇਆ ਕਿ ਜੇ ਤੁਸੀਂ ਘਰ 'ਚ ਤਖਤੀ ਟੰਗ ਲਵੋ, ਬਹੁਤ ਖੁਸ਼ ਹੋ, ਅੱਜ ਤਾਂ ਅਸਮਾਨ ਨੂੰ ਛੂਹ ਲੈਣਾ, ਅਤੇ ਜਦੋਂ ਇਹ ਲਾਈਨ ਦੇਖੋਗੇ ਤੁਸੀਂ ਸਹਿਜ ਹੋ ਜਾਓਗੇ, ਇਹ ਸਮਾਂ ਲੰਘ ਜਾਣਾ। ਅਤੇ ਫਿਰ ਬਹੁਤ ਢਹਿੰਦੀ ਕਲਾਕਾਰ 'ਚ ਮੌਤ ਹੋ ਗਈ, ਜੋ ਕਿ ਅਟੱਲ ਸੱਚ ਹੈ, ਜਾਂ ਕੋਈ ਬਹੁਤ ਹੀ ਮਾੜੀ ਗੱਲ ਤੁਹਾਡੇ ਨਾਲ ਵਾਪਰ ਗਈ, ਤਾਂ ਉਹ ਲਾਈਨ ਫਿਰ ਇਹ ਸਮਾਂ ਲੰਘ ਜਾਏਗਾ ਤੁਹਾਨੂੰ ਸਹਿਜ ਕਰ ਸਕਦੀ ਹੈ। ਸੋ ਮੇਰੀ ਇਹੋ ਸਲਾਹ ਹੈ ਸਾਰੇ ਵੀਰਾਂ ਭੈਣਾਂ ਨੂੰ ਕਿ ਇਹ ਸਤਰ ਲਿਖ ਕੇ ਕਮਰੇ 'ਚ ਲਾਓ, ਕਦੇ ਸਿਰਫ ਕਦੇ ਦਿਨ 'ਚ ਇੱਕ ਵਾਰ ਉਸ ਵੱਲ ਝਾਤ ਮਾਰ ਲਿਓ, ਡਿਪਰੈਸ਼ਨ ਦੇ ਨੇੜੇ ਤੇੜੇ ਨਹੀਂ ਜਾ ਸਕਦੇ। ਸੋ ਸਮਾਂ ਲੰਘ ਜਾਏ, ਪਰ ਤੁਹਾਡੀਆਂ ਗੱਲਾਂ ਜ਼ਰੂਰ ਲੋਕ ਯਾਦ ਰੱਖਦੇ ਨੇ, ਤੁਹਾਨੂੰ ਇੱਦਾਂ ਹੀ ਫੋਲੋ ਕਰਦੇ ਨੇ, ਅਤੇ ਤੁਹਾਡੀਆਂ ਗੱਲਾਂ ਬੜੀਆਂ ਲਾਭਦਾਇਕ ਹੁੰਦੀਆਂ ਨੇ ਸਾਰਿਆਂ ਲਈ। ਤੁਸੀਂ ਆਏ ਮੈਮ, ਸਮਾਂ ਕੱਢਿਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਥੈਂਕ ਯੂ। ਸੋ ਅੱਜ ਦੀ ਮੁਲਾਕਾਤ ਦੇ ਵਿੱਚ ਬਸ ਇੰਨਾ ਹੀ। ਕੋਸ਼ਿਸ਼ ਇਹ ਸੀ ਕਿ ਅੱਜ ਦੇ ਪ੍ਰੋਗਰਾਮ ਜ਼ਰੀਏ ਡਿਪਰੈਸ਼ਨ ਦੀ ਬਿਮਾਰੀ ਤੋਂ ਉਹ ਕਿਵੇਂ ਨਿਜਾਤ ਪਾਉਣਾ ਹੈ, ਇਸ ਦੇ ਬਾਰੇ ਗੱਲਬਾਤ ਕਰੀਏ। ਸੋ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਏਗੀ, ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਇਓ। ਮੈਨੂੰ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਸਤਿ ਸ਼੍ਰੀ ਅਕਾਲ।